ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਨਮਸਕਾਰ ਦੋਸਤੋ। ਮੈਂ ਤੁਹਾਡਾ ਆਪਣਾ ਦੋਸਤ ਗੁਲਸ਼ਨ ਢਿੰਗਰਾ। ਅੱਜ ਤੁਹਾਨੂੰ ਪਤਾ ਕਿ ਟੂਡੇ ਸੈਚਰਡੇ, ਅੱਜ ਤੁਹਾਡੇ ਵਾਸਤੇ ਫਿਰ ਅਸੀਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਹਮ ਔਰ ਕਾਨੂੰਨ। ਹਮ ਔਰ ਕਾਨੂੰਨ ਦੀ ਗੱਲ ਕਰੀਏ ਤੇ ਦੋਸਤੋ ਜੀ, ਹਰ ਸੈਚਰਡੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਮੁੱਖ ਮਕਸਦ ਇਹੀ ਹੈ ਕਿ ਇਸ ਮੁਲਕ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਦੋਸਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਪ੍ਰੋਬਲਮਸ ਆਉਂਦੀਆਂ ਨੇ। ਜਦੋਂ ਅਸੀਂ ਆਪਣੀ ਸਰਜ਼ਮੀਨ ਨੂੰ ਛੱਡ ਕੇ ਕਿਸੇ ਦੂਸਰੇ ਮੁਲਕ ਵਿੱਚ ਚਲੇ ਜਾਂਦੇ ਹਾਂ ਰੋਜ਼ੀ ਰੋਟੀ ਵਾਸਤੇ, ਔਰ ਕਿਸੇ ਦੂਸਰੇ ਮੁਲਕ ਦੇ ਵਿੱਚ ਆਪਣੇ ਚੰਗੇ ਮੁਸਤਕਬਲ ਲਈ, ਅੱਛੇ ਭਵਿੱਖ ਲਈ, ਬੈਟਰ ਫਿਊਚਰ ਲਈ ਹਰ ਇੱਕ ਬੰਦਾ ਚਲੇ ਜਾਂਦਾ। ਕਿੱਥੋਂ ਅਸੀਂ ਪ੍ਰਵਾਸ ਕਰਕੇ ਆਉਂਦੇ ਹਾਂ ਔਰ ਕਿਸ ਜਗ੍ਹਾ 'ਤੇ ਆ ਜਾਂਦੇ ਹਾਂ, ਜਾਂ ਇਹਨੂੰ ਖੁਦਾ ਦੇ ਰੰਗ ਕਹਿ ਲਓ ਜਾਂ ਇਹਨੂੰ ਉਸ ਪਰਮਾਤਮਾ ਦੇ ਰੰਗ ਕਹਿ ਲਓ, ਇਹਨੂੰ ਕੁਝ ਵੀ ਕਹਿ ਲਓ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬ ਹੁੰਦਾ। ਪਰ ਜਦੋਂ ਅਸੀਂ ਕਿਸੇ ਦੂਸਰੇ ਮੁਲਕ ਵਿੱਚ ਜਾਂਦੇ ਹਾਂ ਔਰ ਉਸ ਵਕਤ ਦੋਸਤੋ ਸਾਨੂੰ ਮੁੱਖ ਤੌਰ 'ਤੇ ਲੋੜ ਇਹ ਪੈਂਦੀ ਹੈ ਕਿ ਇੱਥੋਂ ਦੇ ਕਾਨੂੰਨ ਕੀ ਹੈ ਔਰ ਇਮੀਗ੍ਰੇਸ਼ਨ ਕੀ ਕਹਿੰਦੀ ਹੈ, ਔਰ ਅਸੀਂ ਉਸ ਮੁਲਕ ਵਿੱਚ ਇਮੀਗ੍ਰੇਸ਼ਨ ਰੁਤਬਾ ਕਿਵੇਂ ਅਚੀਵ ਕਰ ਸਕਦੇ, ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਅਸੀਂ ਕਿੱਥੇ ਠੀਕ ਹੈ ਕਿੱਥੇ ਗਲਤ ਹੈ, ਇਹ ਸਭ ਚੀਜ਼ਾਂ ਵਕੀਲ ਦੱਸਦੇ ਨੇ। ਸੋ ਇਸੇ ਤਰ੍ਹਾਂ ਦੀ ਜਿਹੜੀ ਅਸੀਂ ਤਫਸੀਲ 'ਚ ਜਾਣਕਾਰੀ ਦਿੰਦੇ ਹਾਂ ਔਰ ਨਾਲ ਜੋ ਤੁਹਾਡੇ ਸਵਾਲਾਤ ਹੁੰਦੇ ਨੇ ਉਹਦੇ ਬੜੇ ਤਫਸੀਲ ਦੇ ਨਾਲ ਜਵਾਬ ਦਿੰਦੇ ਨੇ। ਔਰ ਮੈਂ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਔਰ ਤਾਰਫ ਤੁਹਾਡਾ ਕਰਾ ਰਿਹਾ ਜਨਾਬ ਅਬਦੁੱਲਾ ਖੁਰਮ ਜੀ ਦੇ ਨਾਲ। ਅਬਦੁੱਲਾ ਖੁਰਮ ਜੀ, ਗੁੱਡ ਈਵਨਿੰਗ। ਗੁੱਡ ਈਵਨਿੰਗ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਤੁਹਾਡਾ? ਸਭ ਖੈਰੀਅਤ ਹੈ? ਥੈਂਕ ਯੂ, ਵੈਰੀ ਗੁੱਡ ਸੋ ਫਾਰ। ਸੋ ਅਬਦੁੱਲਾ ਖੁਰਮ ਜੀ ਬਾਰੇ ਦੋਸਤੋ ਮੈਂ ਤੁਹਾਨੂੰ ਦੱਸਦਾ ਜਾਵਾਂ। ਪਹਿਲਾਂ ਅਸੀਂ ਥੋੜੀ ਜਿਹੀ ਕਿਸੇ ਕਾਨੂੰਨ ਤੇ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਤੁਸੀਂ ਜਾਓ ਜੋ ਸਕਰੀਨ ਤੇ ਨੰਬਰ ਆ ਰਿਹਾ, ਇਸ ਨੰਬਰ ਤੇ ਕੋਈ ਵੀ ਜਾਣਕਾਰੀ ਹੈ। ਅਬਦੁੱਲਾ ਖੁਰਮ ਜੀ ਦੀ ਜੋ ਖਾਸੀਅਤ ਹੈ ਉਸ ਮਾਮਲੇ ਵਿੱਚ ਦੱਸਣਾ ਕਿ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਨੇ। ਕ੍ਰਾਈਮ ਨਾਲ ਜੁੜਿਆ ਹੋਇਆ ਕੋਈ ਮਾਮਲਾ ਹੈ, ਤੁਹਾਨੂੰ ਕੋਈ ਡਿਪੋਰਟ ਕਰਨ ਦਾ ਚੱਕਰ ਹੈ, ਡਰ ਹੈ, ਖੌਫ ਹੈ ਕੋਈ ਐਸਾ ਕਿ ਤੁਹਾਨੂੰ ਕੋਈ ਡਿਪੋਰਟ ਕਰ ਰਿਹਾ, ਇਮੀਗ੍ਰੇਸ਼ਨ ਦਾ ਕੋਈ ਮਾਮਲਾ ਐਸਾ, ਕੋਈ ਕ੍ਰਾਈਮ ਨਾਲ ਜੁੜੀ ਕੋਈ ਗੱਲ ਹੈ, ਜਾਂ ਹਿਊਮਨ ਰਾਈਟਸ ਨਾਲ ਤੁਹਾਨੂੰ ਲੱਗਦਾ ਕਿ ਮੈਂ ਆਪਣੇ ਮੁਲਕ ਗਿਆ ਤੇ ਮੈਨੂੰ ਕੋਈ ਪ੍ਰੋਬਲਮ ਖੜੀ ਹੋ ਸਕਦੀ ਹੈ, ਸੋ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਤੁਸੀਂ ਗੱਲ ਕਰ ਸਕਦੇ ਹੋ ਅਬਦੁੱਲਾ ਖੁਰਮ ਸਾਹਿਬ, ਹਿਊਮਨ ਰਾਈਟਸ, ਇਮੀਗ੍ਰੇਸ਼ਨ, ਕ੍ਰਾਈਮ ਨਾਲ ਜੁੜੇ ਹੋਏ ਮਾਮਲੇ, ਜਾਂ ਫਿਰ ਕੋਈ ਨਿੱਜੀ ਜ਼ਿੰਦਗੀ ਦੇ ਕੋਈ ਤਾਲੁਕਾਤ ਦੇ ਵਿੱਚ ਕੋਈ ਗੜਬੜ ਹੋ ਰਹੀ ਹੈ, ਮੇਰੇ ਕਹਿਣ ਦਾ ਭਾਵ ਫੈਮਿਲੀ ਮੈਟਰਸ ਹੈ, ਜਾਂ ਫਿਰ ਕੋਈ ਕਨਵਿੰਸਿੰਗ ਦੀ ਗੱਲ ਹੈ। ਇਹ ਸਾਰੀਆਂ ਚੀਜ਼ਾਂ ਤੇ ਤੁਸੀਂ ਕੋਈ ਅੰਡਰ ਦਾ ਵਨ ਰੂਫ ਇੱਕ ਸ਼ਖਸ, ਇੱਕ ਐਸੀ ਪਰਸਨੈਲਿਟੀ ਮੇਰੇ ਨਾਲ ਹੈ ਅਬਦੁੱਲਾ ਖੁਰਮ ਸਾਹਿਬ, ਇਹਨਾਂ ਦੇ ਨਾਲ ਕੋਈ ਵੀ ਤੁਸੀਂ ਸਵਾਲ ਕਰ ਸਕਦੇ ਹੋ। ਤੁਹਾਡੇ ਕਿਸੇ ਵੀ ਕੁਐਸਚਨ ਦਾ ਇਹ ਆਨਸਰ ਬੜੀ ਤਸੱਲੀ ਨਾਲ, ਬੜੇ ਆਰਾਮ ਦੇ ਨਾਲ ਦੇਣਗੇ। ਸੋ ਸਕਰੀਨ ਤੇ ਨੰਬਰ ਹੈ। ਪਹਿਲਾਂ ਅਸੀਂ 2-3 ਮਿੰਟ ਕੋਈ ਗੱਲ ਕਰਨਾ ਚਾਹਾਂਗੇ, ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰਾਂਗੇ। ਅੱਜ ਕੱਲ੍ਹ ਜਿਹੜਾ ਯੂਕੇ ਦੇ ਵਿੱਚ ਬੜਾ ਇਸ ਵਕਤ ਮਸਲਾ ਖੜਾ ਹੋਇਆ, ਸਟੂਡੈਂਟਸ ਬਹੁਤ ਖੁਰਮ ਸਾਹਿਬ ਆਏ ਸੀ ਇੱਥੇ ਔਰ ਸਟੂਡੈਂਟਸ ਚੰਗੇ ਆਪਣੇ ਫਿਊਚਰ ਲਈ, ਚੰਗੇ ਜਿਹੜੇ ਬੈਟਰ ਫਿਊਚਰ ਵਾਸਤੇ ਆਏ ਸੀ। ਪਰ ਜੋ ਸਰਕਾਰ ਵੱਲੋਂ ਖਬਰ ਆ ਰਹੀ ਹੈ ਉਹਦੇ ਮੁਤਾਬਕ ਇਹ ਹੈ ਕਿ ਜਿਹੜਾ ਇਹਨਾਂ ਨੂੰ ਡਿਗਰੀ ਤੋਂ ਬਾਅਦ ਇੱਕ ਜਿਹਦੇ ਵਿੱਚ ਬਹੁਤ ਖੁੱਲੀ ਥੋੜੀ ਬਰੀਥ ਲੈ ਸਕਦੇ ਸੀ, ਖੁੱਲੇ ਸਾਹ ਲੈ ਸਕਦੇ ਸੀ, ਉਹ ਸੀ PSW। ਬਿਲਕੁਲ, ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਸੀ, ਉਹ ਸਰਕਾਰ ਜੋ ਇਮੀਗ੍ਰੇਸ਼ਨ ਬੰਦ ਕਰਨ ਜਾ ਰਹੀ ਹੈ, ਉਹਦੇ ਨਾਲ ਕਿੰਨੇ ਕੁ ਜਿਹੜੇ ਆ ਇੱਥੇ ਤਾਲੀਮ ਕਰਨ ਵਾਲੇ ਸਟੂਡੈਂਟਸ ਨੇ ਉਹ ਮੁਤਾਸਰ ਹੋਣਗੇ ਤੇ ਉਹਨਾਂ ਦਾ ਅੱਗੇ ਫਿਰ ਫਿਊਚਰ ਕੀ ਹੈ? ਹਾਂਜੀ, ਜਿਹੜਾ पोस्ट स्टडी वर्क वीज़ा है वो दरअसल ओरिजिनली इस मकसद के लिए बनाया गया कि जो लोग यहाँ पे क्रीम है, जो यहाँ पे हाईली स्किल्ड है या फिर जो हाईली एजुकेटेड है, जो डिग्री लेवल तक पहुँच गए हुए हैं, उन्हें रखने का कोई ज़रिया होए, उन्हें रखने यूके में, उन्हें यूके की लाइफ से कोई मुतासर करने की कोशिश की जाए। इसलिए पोस्ट स्टडी वर्क वीज़ा पहले शुरू हुआ था। उसमें क्या होता था कि अगर आपके पास डिग्री है, यूके में की हुई है, तो फिर आपको 2 साल का वीज़ा पोस्ट स्टडी वर्क पे मिल सकता है, जिसके ज़रिए आप 2 साल तक पूरी तरह काम कर सकते हैं। और एक समझ लो एक ब्रिज था जिसे एक स्टूडेंट डिग्री लेवल से हाईली स्किल्ड वीज़े के अंदर कन्वर्ट कर सकता है, ताकि उस 2 साल में इतना काम कर सके कि आखिरकार जाके वो हाईली स्किल्ड वीज़ा टियर 1 में एप्लीकेशन अपनी डाल सके। अनफॉर्चुनेटली आजकल तो पता है कि थोड़ी सी सख्ती हो रही है, तो अप्रैल में जाके ये वीज़ा को कैंसिल किया जाएगा। तो ऐसी कोई अप्रैल की एग्जैक्ट डेट है? किस 6 अप्रैल मेरे ख्याल से जाके वो कैंसिल किया जाएगा। बल्कि मैं ज़रूर ये कहूँगा कि जितने भी स्टूडेंट्स हैं जिन्होंने डिग्री लेवल तक काम किया है,
اگر وہ اس چیز کا فائدہ اٹھا سکتے ہیں تو جلد از جلد کسی سے صلاح یا مشورہ کر کے وہ اس ایپلیکیشن کی تیاری کرے تاکہ اسے ختم ہونے سے پہلے کسی کو کوئی فائدہ ہو سکے. سو خرم صاحب نے بہت بخوبی سے بتایا کہ جیسے کیسے پی ایس ڈبلیو کیسے کیسے کن کن لوگوں کو متاثر کرے گا, جن لوگوں نے ڈگری کر رکھی ہے, جن لوگوں کی ڈگری کا رزلٹ آ گیا ہے. اس میں ایک چیز نیکسٹ کال لینے سے پہلے اور ایک چیز میں آپ سے جاننا چاہوں گا خرم صاحب, ایک چیز یہ ہے کہ ابھی کچھ لوگوں نے ڈگری کمپلیٹ کرنی ہوگی ان دنوں میں, جب کچھ کی کمپلیٹ ہوگی ہے وہ کیسے اپنے آپ کو پروو کریں گے؟ مان لو کہ کسی کا ابھی رزلٹ یا ڈگری اویٹنگ ہے, ہاں جی, تو وہ کیسے جسٹیفائی ہو سکے گا؟ انٹرسٹنگ بات ہے کہ اس طرح کا پرابلم پہلے بھی ہوا تھا. کئی بار ہوتا ہے کہ ریزلٹس مل جاتے ہیں پہلے اور ریزلٹس کے بعد سیرومنی ہوتی ہے 6 مہینے بعد 7 مہینے بعد ہو جاتی ہے, تو انہیں پھر انتظار کرنا پڑتا ہے. جی, تو ہوا کیا کہ ہوم آفس نے پھر اپنی پالیسی چینج کی, جس کا مطلب یہ ہوا کہ اگر آپ کے پاس ریزلٹس ہے اور ریزلٹس کے ساتھ ساتھ آپ کے پاس جو یونیورسٹی اس سے لیٹر ملتی ہے, ان سے خط ملتا ہے جس میں وہ کنفرم کرتے ہیں کہ دیکھو اب تمہارا کورس ختم ہو گیا ہوا ہے, تم سکسیسفل ہو, ان 2 ڈاکیومنٹس کی بنیاد پہ آپ کو سرٹیفکیٹ مطلب کہ ویٹ کرنے کی ضرورت نہیں ہے. اپنی ڈگری کی جو سرٹیفکیٹ ہوتی ہے ان 2 ڈاکیومنٹ کی بنیاد پہ آپ ایپلیکیشن ڈال سکتے ہیں. سو اس لیے لہٰذا اگر آپ کے ریزلٹ آ رہے ہیں مارچ کے اینڈ تک یا اپریل کے بالکل شروع تک, تو آپ پھر بھی ایپلیکیشن کو درج کر سکتے ہو اور پی ایس ڈبلیو کا فائدہ اٹھا سکتے ہو. جی بالکل, انہوں نے یہ ساری بات بتا دی ہے. اگر دوستو آپ کو لگتا ہے کہ آپ نے آپ کی ڈگری جو مکمل ہوگی یا کمپلیٹ ہوگی, آپ کی تعلیم پوری ہو چکی ہے, اگر آپ کو ایسا لگتا ہے کہ جو میرا نتیجہ رزلٹ ہے اس کی آپ انتظار نہ کریں, خالی ایک اپنی کالج یا یونیورسٹی سے لیٹر لیں اور پھر کسی بھی وکیل سے رابطہ قائم کریں. جی میرا خیال خرم صاحب اگر آپ اجازت دیں تو کالز کا سلسلہ شروع کریں. ہاں جی بالکل, چلتے ہیں جی. پہلے کالر کی جانب دیکھتے ہیں جی کون ہمارے ساتھ ہے. ہیلو. ہلو جی, ہلو, ست شری اکال جی. ست شری اکال جی. جی میں پوچھنا چاہنی ہوں کہ میرا بردر آئے تھے اینڈ وہ اسٹوڈنٹ آیا سی تے ਕਿਸੇ ਨੇ ਉਸ ਨੂੰ ਚੀਟ ਕੀਤਾ ਸੀ ਤੇ ਕਿਹਾ ਸੀ ਕਿ ਉਹਦਾ ਜਿਹੜਾ ਵੀਜ਼ਾ ਹੈ ਅਸੀਂ ਵਰਕ ਪਰਮਿਟ ਵਿੱਚ ਕਨਵਰਟ ਕਰਵਾ ਦਾਂਗੇ. ਸੋ ਉਹ ਬਾਅਦ ਵਿੱਚ ਉਹ ਬੰਦਾ ਫਰਾਡ ਨਿਕਲਿਆ ਤੇ ਪੈਸੇ ਲੈ ਕੇ ਭੱਜ ਗਿਆ ਐਂਡ ਅਸੀਂ ਪੁਲਿਸ ਕੰਪਲੇਨ ਵੀ ਕੀਤੀ ਹੋਈ ਆ. ਉਹਦੇ ਤੇ ਇੰਨੀ ਸਟ੍ਰੈਸ ਸੀ ਕਿ ਉਹ ਇੰਡੀਆ ਜਾ ਨਹੀਂ ਸਕਿਆ ਬਿਕੋਜ਼ ਹੀ ਵਾਸ ਸਕੈਰਡ ਕਿ ਮੈਂ ਜਾ ਕੇ ਆਪਣੇ ਡੈਡ ਨੂੰ ਕੀ ਜਵਾਬ ਦੇਵਾਂਗਾ, ਬਿਕੋਜ਼ ਉਹਨੇ ਕੁਝ ਜ਼ਿਆਦਾ ਹੀ ਪੈਸੇ ਹਾਇਰ ਮਤਲਬ ਆਪਣੇ ਫਰੈਂਡਸ ਕੋਲ ਲੈ ਲਏ ਸੀ. ਸੋ ਇਸ ਕਰਕੇ ਓਵਰਸਟੇ ਹੋ ਗਿਆ, ਹੁਣ ਉਹ ਇੱਥੇ ਰਹਿ ਰਿਹਾ. ਹੁਣ ਇਸ ਦੇ ਬਾਵਜੂਦ ਉਹਦਾ ਜਿੱਦਾਂ ਇੱਕ ਕੁੜੀ ਨਾਲ ਅਫੇਅਰ ਹੈ ਐਂਡ ਉਹਦੇ ਨਾਲ ਮੈਰਿਜ ਕਰਨਾ ਚਾਹੁੰਦਾ ਐਂਡ ਉਹ ਕੁੜੀ ਡਿਵੋਰਸਡ ਆ. ਡਿਵੋਰਸਡ ਹਾਲੇ ਉਹਦਾ ਡਿਵੋਰਸ ਕੇਸ ਚੱਲ ਰਿਹਾ, ਪਰ ਉਹ ਆਪਣੇ ਨਾਲ ਉਹਦੇ ਆਪਣੇ ਪਹਿਲੇ ਹਸਬੈਂਡ ਦੇ ਨਾਲ ਨਹੀਂ ਰਹਿ ਰਹੀ ਐਂਡ ਉਹ ਉਹਦੇ ਨਾਲ ਮੈਰਿਜ ਕਰਨਾ ਚਾਹੁੰਦਾ. ਤੇ ਕੀ ਪੋਸੀਬਿਲਿਟੀ ਹੈ ਜਾਂ ਸਾਨੂੰ ਕਿੱਦਾਂ ਕਰਨਾ ਚਾਹੀਦਾ ਕਿ ਜਿਹੜਾ ਸਹੀ ਤਰੀਕੇ ਨਾਲ ਅਸੀਂ ਕੇਸ ਲਗਾ ਸਕੀਏ, ਜਾਂ ਜੇ ਉਹ ਮੈਰਿਜ ਕਰਨੀ ਚਾਹੁੰਦੇ ਵੀ ਆ ਕਿਹੜੀਆਂ ਪੋਸੀਬਿਲਿਟੀਜ਼ ਹੈ, ਕਿਹੜੀ ਚੀਜ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਫਿਊਚਰ ਵਿੱਚ ਆ ਕੇ ਕੋਈ ਪ੍ਰੋਬਲਮ ਨਾ ਪਵੇ. ਪੁੱਛ ਸਕਦਾ ਮੈਂ ਜੀ, ਤੁਸੀਂ ਕੌਣ ਬੋਲ ਰਹੇ ਹੋ? ਜੀ ਮੇਰਾ ਨਾਮ ਗੁਰਪ੍ਰੀਤ ਆ. ਹਾਂਜੀ, ਕਿੱਥੋਂ ਬੋਲ ਰਹੇ? ਬਰਮਿੰਘਮ ਤੋਂ. ਠੀਕ ਹੈ ਜੀ. ਹਾਂ, ਗੁਰਪ੍ਰੀਤ ਬਰਮਿੰਘਮ ਤੋਂ ਬੋਲ ਰਿਹਾ ਜੀ. ਤੁਸੀਂ ਮੇਰੇ ਕੋਲ ਸਾਰੀ ਗੱਲ ਖੁਰਮ ਸਾਹਿਬ ਸੁਣ ਲਈ ਔਰ ਗੁਰਪ੍ਰੀਤ ਤੁਸੀਂ ਫੋਨ ਕੱਟਦੇ ਹੋ, ਤੁਹਾਡਾ ਜਵਾਬ ਖੁਰਮ ਸਾਹਿਬ ਦੇਣਗੇ. ਕਾਫੀ ਕੰਪਲਿਕੇਟਡ ਸਵਾਲ ਸੀਗਾ ਤੇ ਮੇਰੇ ਖਿਆਲ ਤੋਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਯੂਕੇ ਦੇ ਵਿੱਚ ਪੋਲੀਗਮਸ ਮੈਰਿਜ ਮਤਲਬ ਕਿ ਇੱਕ ਤੋਂ ਜ਼ਿਆਦਾ ਕਿਸੇ ਨਾਲ ਵਿਆਹ ਹੋਣਾ ਅਲਾਉ ਨਹੀਂ ਹੈਗਾ. ਦੈਟ ਮੀਨਸ ਕਿ ਜਦੋਂ ਤੱਕ ਤੁਸੀਂ ਫ੍ਰੀ ਟੂ ਮੈਰੀ ਨਹੀਂ ਹੁੰਦੇ ਹੋ ਉਦੋਂ ਤੱਕ ਤੁਸੀਂ ਦੂਜਾ ਵਿਆਹ ਨਹੀਂ ਕਰ ਸਕਦੇ ਹੋ, ਉਹ ਵੈਲਿਡ ਨਹੀਂ ਸਮਝਿਆ ਜਾਏਗਾ. ਸੋ ਪਹਿਲੀ ਗੱਲ ਤੇ ਜਿਹੜੀ ਲੇਡੀ ਹੈ ਉਹਨੂੰ ਜਦੋਂ ਤੱਕ ਡਿਕਰੀ ਐਬਸੋਲੂਟ ਮਤਲਬ ਕਿ ਫਾਈਨਲ ਡਿਵੋਰਸ ਦੀ ਡਿਕਰੀ ਨਹੀਂ ਮਿਲਦੀ ਹੈ ਕੋਰਟ ਤੋਂ, ਉਦੋਂ ਤੱਕ ਸ਼ੀ ਇਜ਼ ਨਾਟ ਫ੍ਰੀ. ਉਹ ਫ੍ਰੀ ਨਹੀਂ ਹੈਗੀ ਕਿ ਉਹ ਆਪਣਾ ਅਗਲਾ ਵਿਆਹ ਕਰਾ ਸਕੇ. ਸੋ ਇੱਕ ਵਾਰੀ ਫ੍ਰੀ ਹੋ ਗਈ ਤੇ ਫਿਰ ਯੂਕੇ ਦੇ ਵਿੱਚ ਵੀ ਵਿਆਹ ਹੋ ਸਕਦਾ. ਪਹਿਲੇ ਸਰਟੀਫਿਕੇਟ ਆਫ ਅਪਰੂਵਲ ਸਕੀਮ ਜਿਹੜੀ ਸੀ ਉਹ ਹੁਣ ਸਕ੍ਰੈਪ ਹੋ ਚੁੱਕੀ ਹੈ. ਸੋ ਜੇ ਤੁਸੀਂ ਇਲੀਗਲ ਵੀ ਹੋ ਤੇ ਫਿਰ ਵੀ ਤੁਸੀਂ ਜਾ ਕੇ ਰਜਿਸਟਰੀ ਤੇ ਜਾ ਕੇ ਵਿਆਹ ਕਰਾ ਸਕਦੇ ਹੋ. ਸੋ ਉਹਦੇ ਵਿੱਚ ਕੋਈ ਮਸਲਾ ਨਹੀਂ ਹੈਗਾ. ਜਿੱਥੋਂ ਤੱਕ ਰਹਿਣ ਦੀ ਗੱਲ ਹੈ ਕਿ ਆਪਣੀ ਸਟੇ ਨੂੰ ਰੈਗੂਲਰਾਈਜ਼ ਕਰਨਾ ਮਤਲਬ ਨੇ ਆਪਣੀ ਸਟੇ ਨੂੰ ਸੌਰਟ ਆਊਟ ਕਰਨਾ, ਉਹਦੇ ਵਿੱਚ 2 ਗੱਲਾਂ ਆਉਂਦੀਆਂ ਨੇ. ਜਾਂ ਤੇ ਤੁਸੀਂ ਵਾਪਸ ਜਾਓ ਤੇ ਮੇਰੇ ਖਿਆਲ ਤੋਂ ਇੰਡੀਆ ਦੀ ਗੱਲ ਹੁੰਦੀ ਪਈ ਸੀ. ਸੋ ਇੰਡੀਆ ਤੋਂ ਐਪਲੀਕੇਸ਼ਨ ਤੁਸੀਂ ਪਾਓ ਐਂਟਰੀ ਕਲੀਅਰੈਂਸ ਲਈ. ਇੱਕ ਵਾਰੀ ਜਦੋਂ ਵਿਆਹ ਹੋ ਗਿਆ ਐਜ਼ ਅ ਸਪਾਊਸ ਰੂਲ 281 ਹੈਗਾ, ਉਹਦੇ ਥਰੂ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ. ਦੂਜਾ ਰਸਤਾ ਹੈ ਕਿ ਤੁਸੀਂ
ਹਿਊਮਨ ਰਾਈਟਸ ਦੇ ਬੇਸਿਸ ਦੇ ਵਿੱਚ UK ਦੇ ਵਿੱਚ ਐਪਲੀਕੇਸ਼ਨ ਪਾਓ, ਪਰ ਇਹ ਜਦੋਂ ਤੱਕ ਪੂਰੀ ਇਨਫੋਰਮੇਸ਼ਨ ਨਹੀਂ ਮਿਲਦੀ ਹੈ, ਪੂਰੀ ਮਾਲੂਮਾਤ ਨਹੀਂ ਮਿਲਦੇ ਨੇ, ਉਦੋਂ ਤੱਕ ਇਸ ਐਪਲੀਕੇਸ਼ਨ ਤੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਇਨ ਕੰਟਰੀ ਐਪਲੀਕੇਸ਼ਨ। ਸੋ ਬੈਸਟ ਐਪਲੀਕੇਸ਼ਨ ਇਜ਼ ਕਿ ਵਾਪਸ ਜਾਓ, ਵਾਪਸ ਜਾ ਕੇ ਐਂਟਰੀ ਕਲੀਅਰੈਂਸ ਦੀ ਐਪਲੀਕੇਸ਼ਨ ਐਜ਼ ਅ ਸਪਾਊਸ ਪਾਓ। ਜੇ ਤੁਸੀਂ ਇਨ ਕੰਟਰੀ ਕੁਝ ਪਾਣਾ ਚਾਹੁੰਦੇ ਹੋ ਤੇ ਫਿਰ ਮੇਰੇ ਖਿਆਲ ਤੋਂ ਅ ਲੋਟ ਮੋਰ ਇਨਫੋਰਮੇਸ਼ਨ ਦੀ ਜ਼ਰੂਰਤ ਪਏਗੀ, ਤਾਂ ਉਸ ਤੋਂ ਬਾਅਦ ਅਸੀਂ ਕੁਝ ਨਾ ਕੁਝ ਐਡਵਾਈਸ ਦੇ ਸਕਦੇ ਹਾਂ। ਮੇਰੇ ਖਿਆਲ ਗੁਰਪ੍ਰੀਤ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਜੀ। ਨੈਕਸਟ ਕਾਲਰ ਵਾਲੇ ਚੱਲਦੇ ਹਾਂ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ, ਮੇਰਾ ਨਾਮ ਵੀ ਗੁਰਪ੍ਰੀਤ ਸਿੰਘ ਹੈ, ਮੈਂ ਬਰਮਿੰਘਮ ਤੋਂ ਬੋਲਦਾ। ਅੱਛਾ ਜੀ, ਹਾਂ ਜੀ, ਬਿਲਕੁਲ ਗੁਰਪ੍ਰੀਤ ਜੀ, ਦੱਸੋ ਜੀ। ਜੀ, ਸਾਨੂੰ ਇੰਡੈਫੀਨਿਟ ਸਟੈਂਪ ਮਿਲ ਚੁੱਕੀ ਹੈ ਜੀ ਨਵੰਬਰ ਦੇ ਵਿੱਚ, ਤੇ ਅਸੀਂ ਪਾਸਪੋਰਟ, ਉਹਨਾਂ ਨੇ ਸਾਨੂੰ ਸਟੈਂਪ ਲਾ ਕੇ ਪੇਪਰਾਂ ਦੇ ਉੱਤੇ ਭੇਜੀ ਸੀਗੀ ਜੀ ਸਾਨੂੰ। ਅਸੀਂ ਹੁਣ ਪਾਸਪੋਰਟ ਨਿਊ ਕਰਵਾ ਕੇ ਉਹਨਾਂ ਨੂੰ ਸਟੈਂਪ ਲਾਉਣ ਵਾਸਤੇ ਭੇਜ ਦਿੱਤੇ ਆ ਜੀ। ਤੇ ਦੂਸਰਾ ਮੈਂ ਪੁੱਛਣਾ ਸੀ, ਅਸੀਂ ਹੁਣ ਸਰ ਜਿੱਦਾਂ ਬੈਨੀਫਿਟ ਵਗੈਰਾ ਅਪਲਾਈ ਕੀਤਾ, ਜਦੋਂ ਅਸੀਂ ਨੈਸ਼ਨੈਲਿਟੀ ਲੈਣੀ ਆ ਤਾਂ ਕੀ ਸਾਡੇ ਉਸ ਦੇ ਉੱਤੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ, ਕਿਸ ਤਰ੍ਹਾਂ ਦਾ ਕੋਈ ਫਰਕ ਤਾਂ ਨਹੀਂ ਪੈਂਦਾ ਜੀ? ਜੀ ਤੁਸੀਂ ਗੁਰਪ੍ਰੀਤ ਜੀ ਹੁਣ ਆਪਣਾ ਫੋਨ ਬੰਦ ਕਰੋ, ਪਰਮ ਸਾਹਿਬ ਤੁਹਾਡਾ ਜਵਾਬ ਦਿੰਦੇ ਓਕੇ ਸਰ, ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਨੈਸ਼ਨੈਲਿਟੀ ਦੀ ਜਿਹੜੀ ਰੂਲਸ ਹੈ ਉਹ ਲੈਜਿਸਲੇਸ਼ਨ ਦੇ ਥਰੂ ਆਉਂਦੀਆਂ ਨੇ। ਨੈਸ਼ਨੈਲਿਟੀ ਜਿੱਥੋਂ ਤੱਕ ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਜਾਂ ਤੇ ਤੁਸੀਂ 5 ਸਾਲ ਦੇ ਰੈਜ਼ੀਡੈਂਸ ਦੇ ਬੇਸਿਸ ਤੇ ਪਾਓ, ਜਾਂ ਫਿਰ 3 ਸਾਲ ਦੇ ਰੈਜ਼ੀਡੈਂਸ ਦੇ ਬੇਸਿਸ ਜੇ ਤੁਹਾਡਾ ਵਿਆਹ ਹੋਇਆ। ਇੱਕ ਕੁਐਸਚਨ, ਇੱਕ ਸੈਕਸ਼ਨ ਆਉਂਦਾ ਹੈ, ਸੈਕਸ਼ਨ ਹੁਣ ਮੈਨੂੰ ਯਾਦ ਨਹੀਂ ਹੈਗਾ ਕਿ 4 ਜਾਂ 5 ਹੈਗਾ ਫਾਰਮ ਦੇ ਵਿੱਚ, ਜਿਹੜਾ ਕਿ ਹੈਗਾ ਗੁੱਡ ਕੈਰੈਕਟਰ ਦੇ ਬਾਰੇ ਚ। ਉਹਦੇ ਵਿੱਚ ਪੁੱਛਿਆ ਜਾਂਦਾ ਕਿ ਕੀ ਤੁਸੀਂ ਕੰਮ ਕਰਦੇ ਹੋ, ਅੱਗੇ ਫਿਰ ਪੁੱਛਿਆ ਜਾਂਦਾ ਕਿ ਕੋਈ ਟ੍ਰੈਫਿਕ ਅਫੈਂਸਿਸ, ਕੋਈ ਕ੍ਰਿਮੀਨਲ ਕਨਵਿਕਸ਼ਨਸ, ਇਸ ਤਰ੍ਹਾਂ ਦੀ ਕੋਈ ਗੱਲਾਂ ਨੇ ਜਿਹੜੇ ਤੁਹਾਡੇ ਕੈਰੈਕਟਰ ਦੇ ਵੱਲ ਜਾਏ ਜੀ। ਉਸ ਨੂੰ ਦੇਖਣ ਤੋਂ ਬਾਅਦ ਕਈ ਵਾਰੀ ਲੋਕ ਸਮਝਦੇ ਨੇ ਕਿ ਜੇ ਮੈਂ ਕੰਮ ਨਹੀਂ ਕਰਦਾ ਪਿਆ ਤੇ ਫਿਰ ਐਪਲੀਕੇਸ਼ਨ ਨਹੀਂ ਪਾ ਸਕਦਾ। ਨੋ, ਦੈਟਸ ਰੋਂਗ। ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ ਜੇ ਤੁਸੀਂ ਕੰਮ ਨਹੀਂ ਕਰਦੇ ਪਏ ਹੋ। ਇਹਦਾ ਮਤਲਬ ਨਹੀਂ ਹੈ ਕਿ ਤੁਸੀਂ ਐਪਲੀਕੇਸ਼ਨ ਤੋਂ ਮਹਿਰੂਮ ਹੋ ਜਾਵੋਗੇ, ਤੁਸੀਂ ਐਪਲੀਕੇਸ਼ਨ ਜ਼ਰੂਰ ਪਾ ਸਕਦੇ ਹੋ। ਜਿਹੜੇ ਬਾਕੀ ਇਨਫੋਰਮੇਸ਼ਨ ਹੈਗਾ ਗੁੱਡ ਕੈਰੈਕਟਰ ਤੇ, ਇੱਕ ਵਾਰੀ ਉਹਨੂੰ ਦੇਖਣ ਤੋਂ ਬਾਅਦ ਫਿਰ ਐਪਲੀਕੇਸ਼ਨ ਦਾ ਡਿਸਾਈਡ ਕਰੋ, ਕਿਉਂਕਿ ਜੇ ਕੋਈ ਕਨਵਿਕਸ਼ਨਸ ਹੈਗੀਆਂ ਨੇ ਤੇ ਫਿਰ ਜਦੋਂ ਤੱਕ ਉਹ ਰੀਹੈਬਿਲਿਟੇਸ਼ਨ ਐਕਟ ਦੇ ਥਰੂ ਸਪੈਂਟ ਨਹੀਂ ਹੁੰਦੀਆਂ ਨੇ, ਉਦੋਂ ਤੱਕ ਤੁਹਾਨੂੰ ਐਪਲੀਕੇਸ਼ਨ ਨਹੀਂ ਪਾਣੀ ਚਾਹੀਦੀ ਹੈ, ਕਿਉਂਕਿ ਕਾਫੀ ਚਾਂਸਸ ਹੋਣਗੇ ਕਿ ਰਿਫਿਊਜ਼ ਹੋ ਜਾਏਗਾ। ਸੋ ਕਨਵਿਕਸ਼ਨਸ ਇੱਕ ਗੱਲ ਹੈ ਗੁੱਡ ਕੈਰੈਕਟਰ ਦੇ ਵਿੱਚ, ਦੂਜੀ ਗੱਲ ਹੈਗੀ ਹੈ ਕਿ ਕੀ ਤੁਸੀਂ ਕੰਮ ਕਰਦੇ ਹੋ, ਤੇ ਇਫ ਯੂ ਆਰ ਨਾਟ ਵਰਕਿੰਗ, ਜੇ ਤੁਸੀਂ ਕੰਮ ਨਹੀਂ ਕਰਦੇ ਪਿਓ, ਐਪਲੀਕੇਸ਼ਨ ਫੇਰ ਵੀ ਪੈ ਸਕਦੀ ਹੈ, ਉਹਦੇ ਵਿੱਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਪਰ ਇਹਦੇ ਵਿੱਚ ਖੁਰਮ ਸਾਹਿਬ ਉਹਨਾਂ ਨੇ ਇੱਕ ਸਵਾਲ ਹੋਰ ਵੀ ਸੀ, ਉਹ ਕਹਿੰਦੇ ਕਿ ਜਿਹੜੀ ਕਹਿ ਦੱਸੋ ਵੀ ਕਿਹੜੇ ਸੂਟ ਤੇ ਹਾਲ ਦੇ ਵਿੱਚ ਇੱਕ ਪੇਪਰ ਤੇ ਇੰਡੈਫੀਨਿਟ ਸੇ ਆਈ ਆ, ਔਰ ਫਿਰ ਉਹ ਕਹਿੰਦੇ ਸੀ ਪਾਸਪੋਰਟ ਤੇ ਸਟੈਂਪ ਲਾਉਣ ਲਈ ਭੇਜੀ ਹੈ, ਔਰ ਉਹਨੇ ਕਿਹਾ ਵੀ ਇਹ ਲੈਣ ਤੋਂ ਬਾਅਦ ਕਿ ਅਸੀਂ ਕਿਸੇ ਤਰ੍ਹਾਂ ਦੇ ਬੈਨੀਫਿਟ ਲੈਣ ਲਈ ਐਲੀਜੀਬਲ ਹੈਗੇ। ਜੇ ਤੁਹਾਨੂੰ ਇੰਡੈਫੀਨਿਟ ਸਟੇ ਮਿਲ ਗਈ ਹੋਈ ਹੈ, ਹਾਂਜੀ, ਇੱਕ ਤਾਂ ਹੁੰਦਾ ਕਿ ਤੁਹਾਨੂੰ ਨਾ ਸਟੈਂਪ ਦੇਖਣਾ ਚਾਹੀਦਾ, ਹਾਂਜੀ, ਉਹਦੇ ਤੇ ਜੇ ਲਿਖਿਆ ਹੋਇਆ ਨੋ ਰੀਕੋਰਸ ਟੂ ਪਬਲਿਕ ਫੰਡਸ, ਹਾਂਜੀ, ਤੇ ਜ਼ਾਹਿਰ ਹੈ ਕਿ ਤੁਸੀਂ ਅਲਾਉਡ ਨਹੀਂ ਹੈਗੇ ਹੋ। ਪਰ ਮੋਸਟ ਪੀਪਲ ਜਿਨ੍ਹਾਂ ਨੂੰ ਸੈਟਲਮੈਂਟ ਮਿਲਦੀ ਹੈ ਉਹਨਾਂ ਨੂੰ ਬੈਨੀਫਿਟਸ ਦੀ ਅਲਾਉ ਹੈਗੀ ਹੈ, ਉਹਨਾਂ ਨੂੰ ਇਜਾਜ਼ਤ ਹੈਗੀ ਹੈ ਬੈਨੀਫਿਟਸ ਲੈਣ ਨੂੰ। ਸੋ there shouldn't be a problem, ਬੈਨੀਫਿਟਸ ਲੈ ਸਕਦੇ ਨੇ। ਤੇ ਬਲਕਿ ਜਿਹੜੀ ਉਹਨਾਂ ਦੀ ਸਟੇਟਸ ਦੇ ਨਾਲ ਲੈਟਰ ਆਂਦੀ ਹੈ ਹੋਮ ਆਫਿਸ, ਜਿਹੜੀ ਇਨਫੋਰਮੇਸ਼ਨ ਲੈਟਰ ਹੈ, ਉਹਦੇ ਵਿੱਚ ਕਨਫਰਮ ਹੋਏਗਾ ਕਿ ਕੀ ਉਹ ਬੈਨੀਫਿਟਸ ਲੈ ਸਕਦੇ ਕਿ ਨਹੀਂ। ਆਈ ਥਿੰਕ ਇਟ shouldn't be a problem, ਪਰ ਇੱਕ ਵਾਰੀ ਆਪਣੀ ਸਟੈਂਪ ਕਿਸੇ ਨੂੰ ਦਿਖਾ ਦੇਣ, ਜਾਂ ਫਿਰ ਜਿਹੜਾ ਇਨਕਲੋਜ਼ਿੰਗ ਲੈਟਰ ਸੀ ਹੋਮ ਆਫਿਸ ਦਾ ਉਹ ਇੱਕ ਵਾਰੀ ਪੜ੍ਹ ਲੈਣ, ਉਹਦੇ ਵਿੱਚ ਜ਼ਰੂਰ ਲਿਖਿਆ ਹੋਏਗਾ ਕਿ ਕੀ ਉਹ ਬੈਨੀਫਿਟਸ ਲੈ ਸਕਦੇ ਨੇ ਕਿ ਨਹੀਂ। ਜੀ, ਥੈਂਕ ਯੂ। ਨੈਕਸਟ ਕਾਲਰ ਵੱਲ ਚੱਲਦੇ ਹਾਂ ਜੀ। ਹੈਲੋ ਹੈਲੋ हेलो हेलो हेलो, हाँ जी सर, मैं अली बात कर रहा हूँ बर्मिंघम से। कौन बात कर रहे हैं जी? हेलो हेलो जी, आपकी बात सुन रही है। सर, मेरा एक क्वेश्चन था आपके लिए। जी, आप कौन बोल रहे हैं? मैं अली बात कर रहा हूँ। जी, अली अली हाँ जी, अली बोलिए जी। सर, मैं यहाँ पे विजिट वीजे पे आया था, और मेरी एक ब्रिटिश नेशनैलिटी रखने वाली लड़की से शादी हो गई है। अब मैं अपनी डॉक्यूमेंटेशन करना चाहता हूँ, लेकिन वो लड़की जो है वो काम नहीं करती है, फंड लेती है मंथली इनकम सपोर्ट के नाम से। आप मुझे ये बताएंगे कि मैं डॉक्यूमेंटेशन के लिए अपने कौन कौन से डॉक्यूमेंट्स रखूं? नहीं, आपका सवाल क्या है? आप उनके साथ क्या 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 करना चाहते हैं? जी, मेरी उस लड़की के साथ शादी हो गई है और अब मेरी बीवी है। आप स्टेटस लेना चाहते हैं? जी, मैं स्टेटस लेना चाहता हूँ। और वो बेनिफिट लेती हैं? जी, वो बेनिफिट लेती हैं। जी, आपका अभी खुरम साहब जवाब देंगे, आप अपना फोन बंद करिए प्लीज। जी, जहाँ तक इमिग्रेशन रूल्स का सवाल है, जब आप अपने स्पाउस के लिए अप्लाई करते हो, अली साहब ने अनफॉर्चुनेटली हमें ये नहीं बताया कि उनका अभी क्या स्टेटस है। मिसाल के तौर पे अगर वो अभी स्टूडेंट है और एक्सटेंशन लेना चाह रहे हैं, स्टूडेंट वीजे पे है, तो फिर तो कोई मसला नहीं, वो एप्लीकेशन डाल सकते हैं एज ए स्पाउस, एक बार शादी हो जाए। लेकिन
امیگریشن رولز یہ کہتے ہیں کہ یو ہیو ٹو شو کہ آپ اپنے آپ کو فائنینشلی سپورٹ کر سکتے ہو وداؤٹ ایڈیشنل پبلک فنڈس. تو اگر انہیں بینیفٹس مل رہے وہ انہیں اپنے حقوق کی وجہ سے مل رہے کیونکہ وہ برٹش سٹیزن ہیں. لیکن اگر انہوں نے ایک اور بندے کو سپورٹ کرنا ہے تو پھر انہیں ایڈیشنل ریکورس ٹو پبلک فنڈس کی ضرورت شاید پڑے. لہٰذا اگر وہ خود نہیں کام کر سکتے ہیں تو پھر علی صاحب کو چاہیے کہ وہ خود کام کرے اور اپنی ویج سلپس اپنی بینک سٹیٹمنٹس کے ذریعے وہ یہ دکھا سکے کہ دیکھو میں اپنے آپ کو خود سپورٹ کر سکتا ہوں. اگر وہ کام نہیں کر سکتے تو فی الحال تھرڈ پارٹی اسپانسرشپ بھی چل سکتا ہے. سو سب سے بیسٹ طریقہ تو یہ ہوتا ہے کہ یا آپ خود کام کرے یا آپ کی وائف کام کرے. لیکن اگر دونوں میں سے کوئی ایک کام نہیں کر رہا فور واٹ ایور ریزن, آج کل تو کلائمیٹ ذرا مشکل ہے کام کے لیے, سو دیکھتے ہیں. لیکن اگر تھرڈ پارٹی اسپانسر کوئی ولنگ ہے تو تھرڈ پارٹی اسپانسر بھی یوز ہو سکتا ہے, لیکن یہ کافی جلد ختم ہو جائے گا تھرڈ پارٹی اسپانسرشپ والا جو رستہ ہے. سو لہٰذا جتنی جلدی ہو سکے اپلیکیشن ڈالنا چاہیے. جی ابھی جا رہے ہیں ایک کمرشل بریک کی طرف اور ملتے ہیں ایک بار پھر ہم حاضر ہیں اور چلتے ہیں نیکسٹ کالر کی جانب. اور جی نیکسٹ کالر دیکھتے ہیں ہمارے ساتھ کون ہے. بہت دیر سے صاحب آپ انتظار کر رہے ہیں اور کیسی اتفاق کی بات ہے کہ خرم صاحب جو پہلی بریک سے پہلے جتنی کالس آئی ہیں وہ ساری اتفاقاً وہاں سے تھی, برمنگھم سے, اور آپ بھی برمنگھم سے وابستہ ہیں. وہاں سے ہو کے آیا ہوں, بلکہ وہاں سے آ رہا ہوں. جی بالکل. وکیل صاحب ایوری سیٹرڈے آپ کو بتاتے ہیں کہ برمنگھم سے اسپیشل چل کے آتے ہیں, ساتھ مجھے بھی لے کے آتے ہیں. جی نیکسٹ کالر کی جانب چلتے ہیں. ہیلو. وعلیکم السلام. جی سر, میرے کو یہ سوال یہ کرنا تھا کہ جیسے میں یہاں پر ڈسکریشن لیو پہ ہوں, جو اکتوبر میں میرا رینیول کا ٹائم آ رہا ہے, لیکن میرے کو جو ہے سو لاسٹ دسمبر 2011 میں میرے کو کچھ ہارٹ کی پرابلم ہو گئی, اور ابھی میں جو ہے سو انڈر ٹریٹمنٹ ہوں اور شاید ویٹ کر رہے ہیں کہ جو ہے سو آگے پتہ نہیں شاید آپریشن کرنا پڑے گا یا اور بھی کچھ راستے سے نکالیں گے وہ لوگ. میرے کو سوال یہ کرنا تھا کہ اگر میں بینیفٹ پہ جاؤں اس میں کچھ پرابلم ہے, اور دوسری چیز یہ ہے کہ میں اس وقت جو ہے نا میں منی کیب ڈرائیور ہوں اور آج کل کام نہیں کر رہا ہوں 2-3 مہینے سے, اور پہلے سے میں جیسے قرضوں میں مطلب بہت ہی ڈیپتھ میں ہوں, میں کریڈٹ کارڈز کے, لون پیمنٹس کے, اس کے اگر میں ڈیفالٹ میں جاتا ہوں تو یہ میرے ایکسٹینشن کے اوپر کچھ پرابلم آ سکتی کیا؟ کہاں سے کون بول رہے ہیں؟ جی میں لندن سے افضل علی خان بات کر رہا ہوں. جی خان صاحب ابھی آپ کا جواب دیں گے. جی ہاں جی افضل علی صاحب, آپ کو ڈسکریشنری لیو کس بنیاد پہ ملی تھی؟ یہ ہیومن رائٹس کے بیس پہ ملی تھی. کیا 3 سال ملے تھے آپ کو کہ نہیں؟ جی ہاں 3 سال ملی تھی, اور یہ پوچھنا تھا کہ 3 سال کے بعد کیا میرے کو ڈائریکٹ انڈیفینٹ ملے گا یا پھر دوبارہ 3 سال کے لیے وہ کرنا پڑے گا؟ تھینک یو, میں آپ کا سوال سمجھ گیا ہوں, اس کا جواب دینے کی میں کوشش کروں گا. بڑی مہربانی سر, تھینک یو. ہاں جی, سب سے پہلا سوال, چلو جو آخری آپ نے پوچھا ہے اس کا میں جواب پہلے دے دیتا ہوں کہ جب آپ کو 3 سال کی ڈسکریشنری لیو ملے تو آپ کو دوبارہ ایکسٹینشن کی اپلیکیشن ڈالنی پڑتی ہے, جس کے تھرو آپ کو دوبارہ 3 سال ملے گے. جب آپ کے 6 سال پورے ہو جاتے ہیں تو پھر آپ انڈیفینٹ اسٹے کی اپلیکیشن ڈال سکتے ہیں. ٹھیک ہے. دوسرا سوال کہ آپ اگر اپنے جو اسٹیٹس ہے اس کے ساتھ جو لیٹر آیا اس میں آپ دیکھیں گے کہ ڈسکریشنری لیو جسے ملے وہ پبلک فنڈز اپلائی کر سکتا ہے. اچھا. سو لہٰذا آپ پبلک فنڈز اپلائی کر سکتے ضرور ہے. وہ ایک بار پر چیک کر لیں اپنی پبلک فنڈ اپلائی کرنے سے پہلے اس لیٹر میں. لیکن میرے خیال سے جسے ہیومن رائٹس کی بنیاد پہ ڈسکریشنری لیو ملتی ہے انہیں عموماً پبلک فنڈز اپلائی کرنے کی اجازت ہوتی ہے. جہاں تک آخری جو آپ نے پوائنٹ کہا تھا وہ یہ تھا کہ کیا کاؤنٹی کورٹ اگر میرے خلاف ججمنٹ ہو جائے تو ہاں ایک سوال ایکسٹینشن اپلیکیشن میں ضرور ہے کہ ڈو یو ہیو اینی ججمنٹس اگینسٹ یو, تو شاید یہ آپ کے لیے گڈ نہ ہو. لیکن بہرحال جو باقی کچھ ہے دیٹ ول بی اوکے, وہ بالکل ٹھیک ہے. نہیں میری جیسا کہ ہیلتھ وائز اگر میری جو پرابلم چل رہی ہے ہیلتھ کی, ہارٹ کا پرابلم ہے جس کی وجہ سے میں کام نہیں کر سکتا ہوں, ڈاکٹر کی سرٹیفکیٹ وغیرہ ہے, انڈر ٹریٹمنٹ ہوں میں ابھی. جی ابھی وہ پتہ نہیں, دیکھو ابھی یہ منتھ اینڈنگ میں وہ لوگ بتائیں گے کہ آپریشن کے لیے جانا پڑے گا یا وہ میڈیسن سے کیور کریں. ٹھیک ہے. یہ ساری انفارمیشن آپ کو جو فریش اپلیکیشن ڈالے گی اس میں ضرور کہنا چاہیے, کیونکہ یہ آپ کے فیور میں یا آپ کی حمایت میں جائے گی, کیونکہ آپ کی یہ سرکمسٹانسز کو ایکسپلین کرتی ہے. سو آئی تھنک کہ یہ ضرور آپ ہے نا مینشن کرنا. تو مطلب ڈیفالٹ میں جانے سے میرے کو نقصان ہو سکتا ہے؟ ڈیفالٹ میں جانے سے آپ کو نیگیٹو آپ کے لیے دیکھا جا سکتا ہے. سو کوشش کریں کہ ڈیفالٹ میں نہ جائے, کسی نہ کسی طریقے سے نہ کوئی اگریمنٹ میں آ سکتے ہو آپ, اس کی کوشش کرنا تاکہ آپ ڈیفالٹ میں نہ جاؤ. لیکن جو باقی کا ہے ہیومن رائٹس کی بنیاد پہ آپ کو ملا ہے, آپ کو ہیومن رائٹس کی بنیاد پہ ایکسٹینشن ملنے کی کافی اچھے چانسز ہوں گے اگر اپلیکیشن ٹھیک طرح پریپیئر ہو.
ओके जी कॉल के लिए शुक्रिया। नेक्स्ट कॉलर की तरफ चलते हैं जी। हेलो 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 जी, हेलो जी, बोलो, ਤੁਹਾਡੀ ਆਵਾਜ਼ ਆ ਰਹੀ ਹੈ। ਹਾਂ ਹੈਲੋ ਹੈਲੋ, ਮੈਂ ਤੁਹਾਡੀ ਟੈਲੀ ਔਨ ਰੱਖਿਆ ਤਾਂ ਕਰਕੇ। ਆਪਣੇ ਟੀਵੀ ਦੀ ਆਵਾਜ਼ ਘੱਟ ਕਰ ਲਓ। हाँ जी, हाँ जी, कौन बोल रहे हो? हेलो ਹੈਲੋ हेलो, हाँ जी, ਤੁਹਾਡੀ ਆਵਾਜ਼ ਸੁਣ ਰਹੀ ਹੈ। ਹਾਂਜੀ ਭਾਜੀ, ਮੈਂ ਹਰਨੇਕ ਸਿੰਘ ਬੋਲ ਰਿਹਾ। ਕਿੱਥੋਂ ਜੀ? ਮੈਂ ਬੋਲ ਦਰਅਸਲ ਲਿਵਰਪੂਲ ਤੋਂ। ਮੈਂ ਸੁਣਿਆ ਸੀਗਾ ਜਿੱਦਾਂ 2010 ਦੇ ਦਸੰਬਰ ਦੇ ਵਿੱਚ ਮੇਰਾ ਵਿਆਹ ਹੋਇਆ ਸੀਗਾ ਇੱਥੇ ਨਾ, ਮੇਰੀ ਵਾਈਫ ਜਿਹੜੀ ਬ੍ਰਿਟਿਸ਼ ਸਿਟੀਜ਼ਨ ਆ। ਤੇ ਲੇਕਿਨ ਪ੍ਰੋਬਲਮ ਇਦਾਂ ਕਿ ਉਦੋਂ ਜਿੱਦਾਂ ਮੈਂ ਪਹਿਲਾਂ ਵਰਕਿੰਗ ਹੌਲੀਡੇ ਮੇਕਰ ਵੀਜ਼ੇ ਤੇ ਆਇਆ ਸੀ ਹਿੰਦੁਸਤਾਨ ਤੋਂ ਨਾ, ਤਾਂ ਉਹ ਮੇਰਾ ਵੀਜ਼ਾ ਜੁਲਾਈ 'ਚ ਖਤਮ ਹੋ ਗਿਆ ਸੀ 2010 ਦੇ ਵਿੱਚ ਨਾ। ਤਾਂ ਉਦੋਂ ਮੈਂ ਅਪਲਾਈ ਕੀਤਾ ਸੀ ਐਕਸਟੈਂਸ਼ਨ ਲਈ, ਉਹਨੇ ਤਾਂ 6 ਮਹੀਨੇ ਲਈ ਐਕਸਟੈਂਡ ਕਰ ਦਿੱਤਾ ਸੀਗਾ ਵੀਜ਼ਾ। ਤੇ ਉਹ ਵੀਜ਼ਾ ਖਤਮ ਹੋਣ ਤੋਂ 10-15 ਦਿਨ ਪਹਿਲਾਂ ਸਾਡਾ ਵਿਆਹ ਹੋ ਗਿਆ, ਤੇ ਕੋਈ 2 ਦਿਨ ਪਹਿਲਾਂ ਖਤਮ ਹੋਣ ਤੋਂ ਮੈਂ ਅਪਲਾਈ ਕਰ ਦਿੱਤਾ ਸੀਗਾ ਸਪੋਜ਼ ਵੀਜ਼ੇ ਦੇ ਲਈ। ਤਾਂ ਉਹ ਜਿਹੜਾ ਸਪੋਜ਼ ਵੀਜ਼ਾ ਸੀਗਾ ਉਹ ਉਹਨਾਂ ਨੇ ਪਹਿਲਾਂ ਤਾਂ ਰਿਜੈਕਟ ਕਰਕੇ ਭੇਜਤਾ ਕਿ ਫੀਸ ਨਹੀਂ ਪੇ ਕੀਤੀ ਉਹਨਾਂ ਨੂੰ ਨਾ। ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੇ ਕਿਹਾ ਕਿ ਤੂੰ ਰਿਟਰਨ ਕਰ ਦੇ ਐਪਲੀਕੇਸ਼ਨ। ਫਿਰ ਮੈਂ ਐਪਲੀਕੇਸ਼ਨ ਰਿਟਰਨ ਕੀਤੀ ਸਾਰੇ ਡਾਕੂਮੈਂਟ ਦੇ ਨਾਲ। ਫਿਰ ਉਹਨਾਂ ਨੇ ਨਵਾਂ ਉੱਤੇ ਨੋਟ ਲਿਖ ਕੇ ਲਾਤਾ ਕਿ ਤੂੰ ਜਿਹੜਾ ਅਪਲਾਈ ਕੀਤਾ ਤੂੰ ਇਲੀਗਲ ਸੀਗਾ ਉਦੋਂ, ਜਦੋਂ ਕਿ ਮੇਰੇ ਕੋਲ 2 ਦਿਨ ਦਾ ਟਾਈਮ ਸੀਗਾ, ਵੀਜ਼ਾ ਰਹਿੰਦਾ ਸੀ। ਜਾਣੀ ਕਿ ਉਹਨੇ ਜਿਹੜਾ ਮੈਂ ਦੁਬਾਰਾ ਉਹਨੂੰ ਰਿਟਰਨ ਕੀਤੀ ਐਪਲੀਕੇਸ਼ਨ ਹੈ ਨਾ, ਉਹਨੇ ਉਸ ਟਾਈਮ ਦੇ ਮੁਤਾਬਕ ਇਹ ਕਹਿਤਾ ਕਿ ਤੂੰ ਇਲੀਗਲ ਸੀਗਾ। ਫਿਰ ਉਹਨਾਂ ਨੇ ਮੈਨੂੰ ਰਾਈਟ ਵੀ ਨਹੀਂ ਦਿੱਤੀ ਅਪੀਲ ਦੀ। ਫਿਰ ਰੀਕਨਸੀਡਰੇਸ਼ਨ ਲਈ ਉਹਨਾਂ ਨੂੰ ਭੇਜਿਆ, ਉਹਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਹੁਣ ਮੈਰਿਜ ਨੂੰ ਵੀ ਕੋਈ ਕਹਿ ਲਓ ਕਿ 1.5 ਸਾਲ ਹੋਣੇ ਵਾਲੇ ਹੀ ਆ। ਤਾਂ ਉਹਦਾ ਹੁਣ ਉਹ ਕਿਆ ਜਿੱਦਾਂ ਹੁਣ ਮੇਰੀ ਵਾਈਫ ਉਹ ਕੰਮ ਵੀ ਕਰਦੀ, ਸ਼ੀ ਇਜ਼ ਮੈਨੇਜਰ, ਤੇ ਮੈਂ ਵੀ ਹੁਣ ਜਿੱਦਾਂ ਕਹਿ ਲਓ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਦਾ ਪਿਆ। ਤੇ ਇਸ ਹਾਲਾਤ ਦੇ ਵਿੱਚ ਜੇ ਹੁਣ ਮੈਨੂੰ ਮੰਨ ਲਓ ਮੈਂ ਫੜਿਆ ਜਾਂਦਾ ਕੰਮ ਕਰਦਾ ਤਾਂ ਕੀ ਮੈਨੂੰ ਵਾਪਸ ਭੇਜ ਦੂਗੇ? ਜਿਹੜਾ ਤੁਹਾਡਾ ਵਰਕਿੰਗ ਹੌਲੀਡੇ ਮੇਕਰ ਵੀਜ਼ਾ ਉਹ ਐਕਸਟੈਂਡ ਹੋਇਆ ਸੀ? ਹਾਂਜੀ, 6 ਮਹੀਨੇ ਤੱਕ ਐਕਸਟੈਂਡ ਹੋਇਆ ਸੀ। ਅੱਛਾ ਜੀ। ਤਾਂ ਉਦੋਂ ਮੈਂ ਲੀਗਲੀ ਸੀ, ਜਦੋਂ ਵਿਆਹ ਲਈ ਵੀ ਅਪਲਾਈ, ਜਾਣੀ ਕਿ ਪਹਿਲਾਂ ਵਿਆਹ ਦੀ ਪਰਮਿਸ਼ਨ ਲਈ ਇਹਨਾਂ ਤੋਂ, ਉਹ ਵੀ ਉਸ 6 ਮਹੀਨੇ ਜਿਹੜਾ ਐਕਸਟੈਂਡ ਹੋਇਆ ਸੀ ਉਹਦੇ ਦੌਰਾਨ ਉਸ ਵੀਜ਼ੇ ਦੇ ਬੇਸ ਤੇ ਇਹਨਾਂ ਨੇ ਦਿੱਤੀ ਸੀਗੀ। ਤਾਂ ਉਹਦਾ ਹੁਣ ਮੈਨੂੰ ਖੁਦ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਜਾਣੀ ਕਿ ਉਹ ਡਿਲੇ ਹੀ ਕਰੀ ਜਾ ਰਿਹਾ। MP ਨਾਲ ਵਗੈਰਾ ਕਈ ਪਾਸੇ ਗੱਲ ਕੀਤੀ ਸੀ ਪਰ ਉਹਦਾ ਕੋਈ ਰਿਜ਼ਲਟ ਨਹੀਂ ਆਇਆ। ਉਹ ਹੁਣ ਮੈਨੂੰ ਇਹ ਵੀ ਮਾੜਾ ਜਿਹਾ ਦੱਸ ਦਿਓ ਵਿੱਚ ਨਾ ਕਿ ਜੇ ਰੀਕਨਸੀਡਰੇਸ਼ਨ ਦਾ ਮੈਕਸਿਮਮ ਟਾਈਮ ਕਿੰਨਾ ਕੁ ਲੱਗਦਾ ਹੁੰਦਾ, ਜੇ ਉਹ 'ਚ ਰਿਜੈਕਟ ਕਰ ਦੇਣ ਤਾਂ ਅਪੀਲ ਦੀ ਰਾਈਟ ਮਿਲੂਗੀ ਕਿ ਨਹੀਂ? ਬਸ ਇੰਨਾ ਹੀ ਪੁੱਛਣਾ ਸੀ ਭਾਈ। ਜੀ ਵਕੀਲ ਸਾਹਿਬ। ओके हरनेक साहब, थैंक यू फॉर योर क्वेश्चन। बल्कि एक नहीं काफ़ी क्वेश्चन हो गए ने। हाँ जी। एक दो गल्लां है ने। सब तो पहले कि वो दुरुस्त कहंदे ने कि जो एप्लीकेशन वैलिड एप्लीकेशन दर्ज हुई सी ਉਹ ਓਵਰਸਟੇ ਦੀ ਬੇਸਿਸ ਤੇ ਹੋਈ ਸੀ, ਕਿਉਂਕਿ ਹਾਲਾਂਕਿ ਤੁਸੀਂ ਐਪਲੀਕੇਸ਼ਨ 2 ਦਿਨ ਆਪਣੀ ਸਟੇ ਫਿਨਿਸ਼ ਹੋਣ ਤੋਂ ਪਹਿਲਾਂ ਅਪਲਾਈ ਕੀਤੀ, ਲੇਕਿਨ ਉਹ ਵੈਲਿਡ ਐਪਲੀਕੇਸ਼ਨ ਨਹੀਂ ਸੀ ਕਿਉਂਕਿ ਤੁਸੀਂ ਉਹ ਜਿਹੜੀ ਫੀਸ ਨਹੀਂ ਜਮ੍ਹਾਂ ਕੀਤੀ ਸੀ, ਲਿਹਾਜ਼ਾ ਉਹਨਾਂ ਨੇ ਰਿਟਰਨ ਕਰ ਦਿੱਤੀ। ਜਦੋਂ ਤੁਸੀਂ ਵੈਲਿਡ ਐਪਲੀਕੇਸ਼ਨ ਉਸ ਤੋਂ ਬਾਅਦ ਪਾਈ ਸੀਗੀ, ਉਹ ਐਪਲੀਕੇਸ਼ਨ ਐਜ਼ ਐਨ ਓਵਰਸਟੇਅਰ ਗਈ। ਐਜ਼ ਐਨ ਓਵਰਸਟੇਅਰ ਐਪਲੀਕੇਸ਼ਨ ਜਦੋਂ ਰਿਫਿਊਜ਼ ਹੋਏ ਤੇ ਤੁਹਾਨੂੰ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਰਾਈਟ ਆਫ ਅਪੀਲ ਨਹੀਂ ਮਿਲਦੀ ਹੈ। ਲੇਕਿਨ ਤੁਸੀਂ ਰੀਕਨਸੀਡਰੇਸ਼ਨ ਦੀ ਐਪਲੀਕੇਸ਼ਨ ਪਾਤੀ, ਉਹ ਹਾਲੇ ਤੱਕ ਉਹ ਬੈਠੇ ਹੋਏ ਨੇ ਉਹਦੇ ਤੇ ਕੋਈ ਫੈਸਲਾ ਨਹੀਂ ਸੁਣਾਉਂਦੇ ਪਏ ਨੇ। ਇਸ ਸੂਰਤ ਵਿੱਚ ਮੇਰੇ ਖਿਆਲ ਤੋਂ ਹੋਮ ਆਫਿਸ ਨੂੰ ਥੋੜਾ ਜਿਹਾ ਪ੍ਰੈਸ਼ਰ ਪਾਉਣਾ ਚਾਹੀਦਾ। ਇੱਕ ਦੋ ਗੱਲਾਂ ਹੈ ਨੇ ਕਿ ਆਈ ਡੋਂਟ ਨੋ ਸਾਰੀ ਸਰਕਮਸਟੈਂਸਿਸ ਜਾਣਦਾ ਨਹੀਂ ਪਹਿਲੇ ਦੀ, ਲੇਕਿਨ ਸਿਰਫ ਫੀਸ ਦੀ ਕੋਈ ਪ੍ਰੋਬਲਮ ਕਰਕੇ ਕਈ ਵਾਰੀ ਹੁੰਦਾ ਕਿ ਬੈਂਕ ਰਿਜੈਕਟ ਕਰ ਦਿੰਦੀ ਹੈ ਫੀਸ, ਜਾਂ ਇਹ ਸਾਰੀ ਹੈ ਨਾ, ਜਦੋਂ ਤੁਸੀਂ ਇਨਫੋਰਮੇਸ਼ਨ ਬਾਅਦ ਵਿੱਚ ਦੇਵੋਗੇ ਤੇ ਉਹਦੇ ਬਾਰੇ ਮੈਂ ਕਹਿ ਸਕਦਾ। ਪਰ ਹੋਮ ਆਫਿਸ ਦੇ ਖਿਲਾਫ ਜੇ ਤੁਸੀਂ ਥੋੜਾ ਜਿਹਾ ਪ੍ਰੈਸ਼ਰ ਪਾਉਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਹਾਈ ਕੋਰਟ ਦੇ ਵਿੱਚ ਜਾਂ ਐਡਮਿਨਿਸਟ੍ਰੇਟਿਵ ਕੋਰਟ ਦੇ ਵਿੱਚ ਜੁਡੀਸ਼ੀਅਲ ਰਿਵਿਊ ਦੀ ਪ੍ਰੋਸੀਡਿੰਗਸ ਦਾ ਸੋਚ ਸਕਦੇ ਹੋ। ਉਹਦੇ ਥਰੂ ਹੋਮ ਆਫਿਸ ਤੇ ਕਾਫੀ ਹੱਦ ਪ੍ਰੈਸ਼ਰ ਪੈਂਦੇ ਆ ਤਾਂ ਕਿ ਉਹ ਜਵਾਬ ਦੇਣ ਕੋਈ ਨਾ ਕੋਈ। ਜਿੱਥੋਂ ਤੱਕ ਰੀਕਨਸੀਡਰੇਸ਼ਨ ਦੀ ਗੱਲ ਹੈ, ਜੇ ਉਹਨਾਂ ਨੇ ਡਿਸੀਜਨ ਫਿਰ ਰਿਫਿਊਜ਼ਲ ਵਿੱਚ ਦਿੱਤਾ ਤੇ ਤੁਹਾਨੂੰ ਰਾਈਟ ਆਫ ਅਪੀਲ ਨਹੀਂ ਮਿਲੇਗਾ ਅਨਲੈਸ ਕਿ ਉਹ ਤੁਹਾਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਆਖਰੀ ਗੱਲ ਇਹ ਵੇ ਕਿ ਜੇ ਤੁਸੀਂ ਦੂਜਾ ਆਪਸ਼ਨ ਕਰਨਾ ਚਾਹੁੰਦੇ ਹੋ ਤੇ ਫਿਰ ਤੁਸੀਂ ਵਾਪਸ ਇੰਡੀਆ ਤੋਂ ਹਿੰਦੁਸਤਾਨ ਤੋਂ ਐਪਲੀਕੇਸ਼ਨ ਐਂਟਰੀ ਕਲੀਅਰੈਂਸ ਲਈ ਪਾ ਸਕਦੇ ਹੋ। ਜੇ ਕਿ ਤੁਸੀਂ ਐਪਲੀਕੇਸ਼ਨ UK ਦੇ ਵਿੱਚ ਪਾਣਾ ਜਾਂ ਫੋਲੋ ਕਰਨਾ ਚਾਹੁੰਦੇ ਹੋ ਤੇ ਫਿਰ ਸ਼ਾਇਦ ਹਾਈ ਕੋਰਟ ਦਾ ਜਾਂ ਐਡਮਿਨਿਸਟ੍ਰੇਟਿਵ ਕੋਰਟ ਦਾ ਬੂਹੇ ਨੂੰ ਖੜ ਕਰਾਉਣਾ ਪਏਗਾ ਪ੍ਰੈਸ਼ਰ ਪਾਉਣ ਲਈ। ਸੋ ਆਈ ਥਿੰਕ ਕੋਈ ਨਾ ਕੋਈ ਆਪਸ਼ਨਸ ਹੈ ਨੇ ਤੁਹਾਡੇ ਲਈ, ਪਰ ਹੁਣ ਹੈ ਕਿ ਤੁਸੀਂ ਇਹਨਾਂ ਥੋੜਾ ਜਿਹਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਕੁਝ ਨਾ ਕੁਝ ਜਵਾਬ ਆ ਸਕੇ। ਸੋ ਇੱਥੇ ਖੁਰਮ ਸਾਹਿਬ ਇੱਕ ਵੈਸੇ ਹੀ ਮੈਂ ਦਿਲਚਸਪ ਸਵਾਲ ਜਿਹੜਾ ਸਾਹਮਣੇ ਆਇਆ, ਨਾਰਮਲ ਤੌਰ ਤੇ ਜਦੋਂ ਵਰਕਿੰਗ ਹੌਲੀਡੇ ਮੇਕਰ ਵੀਜ਼ਾ ਸੀ ਲੋਕ ਬਹੁਤ ਸਾਰੇ ਆਉਂਦੇ ਰਹਿੰਦੇ, ਉਹਦੇ ਵਿੱਚ ਇਹ ਸੀ ਕਿ ਘੁੰਮਣਾ ਫਿਰਨਾ ਥੋੜੀ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਸੀ, ਔਰ ਜੋ ਉਹਦੇ ਵਿੱਚ ਖਾਸ ਤੌਰ ਤੇ ਗੱਲ ਵੇਖੀ ਜਾਂਦੀ ਸੀ ਕਿ ਉਹ ਵੀਜ਼ਾ ਕਿਸੇ ਵੀ ਸੂਰਤ ਹਾਲ ਵਿੱਚ ਐਕਸਟੈਂਡ ਨਹੀਂ ਹੁੰਦਾ ਸੀ,
ਇਹਨਾਂ ਨੇ ਕਹੀ ਨਾ ਤੁਹਾਡਾ 6 ਮਹੀਨੇ ਐਕਸਟੈਂਡ ਹੋਇਆ। ਨੋ ਮੇਰੇ ਖਿਆਲ ਤੋਂ ਇਹ ਵਰਕ ਪਰਮਿਟ ਦਾ ਗੱਲ ਕਰਦੇ ਪਏ ਉਹਨੇ ਵਰਕਿੰਗ ਹੋਲਡਰ ਮੇਕਰ ਵੀਜ਼ੇ ਦੀ ਗੱਲ ਕੀਤੀ, ਤਾਂ ਮੇਰੇ ਜ਼ਿਹਨ 'ਚ ਗੱਲ ਆਈ ਕਿ ਵਰਕਿੰਗ ਹੋਲਡਰ ਮੇਕਰ ਵੀਜ਼ਾ ਜਿੱਥੋਂ ਤੱਕ ਗੱਲ ਹੈ ਕਿ ਉਹ ਐਕਸਟੈਂਸ਼ਨ ਦੇ ਕੋਈ ਚਾਂਸਸ ਤਾਂ ਨਹੀਂ ਹੁੰਦੇ ਤੇ ਨਹੀਂ ਹੁੰਦੇ ਨੇ, ਸ਼ਾਇਦ ਫਿਰ ਇਹ ਪੇਪਰ ਦੇਖਣ ਤੋਂ ਬਾਅਦ ਪਤਾ ਚੱਲ ਸਕਦਾ ਵੀ ਕੀ ਹੋਏਗਾ, ਇਹਦੇ ਵਿੱਚ ਕੀ ਹੋਏਗਾ। ਜੀ ਬਹੁਤ ਵਧੀਆ ਜੀ, ਇਹ ਬੜਾ ਦਿਲਚਸਪ ਸਵਾਲ ਸੀ। ਨੈਕਸਟ ਕਾਲਰ ਵੱਲ ਚੱਲਦੇ ਜੀ। ਨੈਕਸਟ ਕਾਲਰ ਜੀ, ਹੈਲੋ ਹੈਲੋ ਜੀ। Hello, assalamu alaikum. ਵਾਲੇਕੁਮ ਸਲਾਮ। I just want to basically ask the solicitor a question. I want to ask him, like my husband applied for his entry spouse visa in October, and I still haven't heard anything from the embassy, and I've contacted the MP and they've emailed them and they're not responding to anything, and I just really want to know where I stand and if there's any other help I could take. Which embassy is this? Algerian embassy. What's the political situation in Algeria? I mean, is the embassy, because I know There isn't an embassy based in Algeria. What it is, Right. like a career service Yeah, where you leave your documents there and the fee. yeah. And And who's they deciding the transfer actual them to cases? the Which embassy is England. deciding these cases? So if you want to inquire or ask any questions, you have to like email Algeria or call Algeria. And I've been like 6 months on hold, and the MP emailed them about 6 weeks ago. They haven't even replied to them. My solicitor tried. They just don't respond, and I don't understand what should I do now. Okay, well, thanks for your question. I'll try and answer that for you. I'll give you an example of a case that I did not too long ago, where I had a similar problem. And eventually, because of the length of delays and the impact that it was having on the parties involved, we decided to make a application to the administrative court under judicial review due to delay. On that basis, the embassy very quickly got in touch with us thereafter, because it's an application to the High Court where costs can be claimed against the other side. So possibly in circumstances like this, if they're delaying unreasonably, then an application could be made to what's the equivalent of the High Court, what's called the administrative Well, that's court. what the MP's done. Yeah. He sent it off about 2 weeks ago. I'm just not hearing basically anything from anywhere. I've sent 72 emails to the Algerian embassy, Yeah. and there's no response to even one email. My husband's been there. They don't even talk to him because he doesn't have a British passport. He can't enter the building. And when you call, they say we can't tell you anything over the phone. And when he calls, they don't answer to him. And we're just basically really, really confused. Yeah. I work, I have my own house, I have money in my account. I don't know what the problem is. They asked for a few documents which I followed after the application. And basically they just don't say anything to me at all. Yeah, I think past the MP, one choice is that you get in touch with the MP and you try and add some pressure onto them through the MP. What I'm saying is that if it's gone beyond that and it's still unreasonable, then an application can actually be made to what's the equivalent of the High Court on the basis of the delay. And then a decision can be made by the High Court in relation to when the application needs to be decided by the embassy. Well, So that would add date. pressure onto the embassy. I've got a date for the May the 28th to go to the court. Oh, yeah, you have. Yes. So I think you need to you need to follow that, in fact, because that's going to be the best way to put pressure on the embassy. Right. Okay. Because it's just ridiculous. It's just really, really, I don't know, we're really confused. It is. It is. Okay. Okay. Thanks Okay, for thank calling. you very much. Thanks for calling. Next caller चलिए जी. Hello. हेलो Yes. हाय मेरा नाम पूनम है, मैं बर्मिंघम से ही बात कर रही हूँ. ठीक है जी पूनम जी, ठीक है. हाँ जी. Okay, I was just watching your show और आप बोल रहे थे ज्यादा कॉल बर्मिंघम से ही आ रही है. अच्छी बात है. सब जगह से ही आनी चाहिए पूनम जी. Okay. ठीक है जी. हाँ. मैं इसलिए बोल रहा था कि क्योंकि खुद वकील साहब वहाँ के हैं. हाँ मुझे अभी पता चल गया. जी. चले अच्छा हुआ, हमारे लिए जा सकते हैं easily. जी बिल्कुल. अच्छा मेरा क्वेश्चन ये है भाई साहब कि ओके मैं यहाँ पे आई थी 2007 में एज अ स्टूडेंट. तो मेरे हस्बैंड है इधर, तो ही वाज ऑन इनलीगल एंड मुझसे पहले के आए हुए वो आए थे तकरीबन 2006 में. पर उनका कोई एंट्री का लाइक वो नहीं है, प्रूफ नहीं है. पूनम थोड़ा आपको इंतजार करना पड़ेगा क्योंकि कमर्शियल ब्रेक है, उसके बाद वकील साहब आपका जवाब देंगे. थोड़ा इंतजार. और जी नाजरीन, आपकी कचहरी में एक बार फिर अब्दुल्ला
खुरम जी हाजिर हैं और चलते हैं जी नेक्स्ट कॉलर की तरफ, क्योंकि कॉलर्स बहुत है और सबका मेरा ख्याल जवाब देना भी ज़रूरी है। हेलो 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 हेलो, हाँ जी हेलो। मैं इधर 2001 में था। आप कौन बोल रहे हैं? आप कौन बोल रहे हैं? निसार बोल रहा हूँ। कहाँ से? लेस्टर से। जी बोलिए। 2001 में इधर आया था मैं, तो यहाँ पे मैंने SLM की एप्लीकेशन की थी, तो फिर लीगेसी में मैंने केस डाला था। तो लीगेसी में से मुझे 3 साल का स्टैम्प लगा है, रेसिडेंट परमिट। तो फिर इसके बाद क्या कुछ हो सकता है? जी एक बार फिर से बताइए। पहले आपकी आवाज क्लियर नहीं थी, एक बार फिर से बताइए। ओके, 2001 में मैंने SLM की एप्लीकेशन की थी। इसके बाद मैंने लेगेसी में एप्लीकेशन की थी। लेगेसी के अंदर मुझे भी 3 साल का स्टैम्प लग के आया है। तो 3 साल के बाद फिर अनडेफिनेट हो सकता है। 3 साल आपके कब खत्म हो रहे हैं? 3 साल में 2014 में खत्म होते हैं। 2014 में? मुझे अभी लगा है, अक्टूबर के अंदर लगी है। देखो, अगर आपको लेगेसी में मिले तो जाहिर है कि कोई ह्यूमन राइट्स की बेसिस पे मिला होगा, ठीक है? लेगेसी में मिला था। हाँ जी, लेगेसी के थ्रू कई बार हुआ है कि इंडेफिनिट स्टे भी मिल रही है लोगों को, और साथ डिस्क्रेशनरी स्टे भी मिल रही है ह्यूमन राइट्स की बुनियाद पे। तो इसी तरह अगर आपके 3 साल खत्म होने से पहले आप एप्लीकेशन डाल दे अगले एक्सटेंशन के लिए, तो आपको फिर है ना उम्मीद है कि 3 साल दोबारा मिल जाएंगे, और 6 साल जब आपके पूरे होंगे तो फिर आपको इंडेफिनिट स्टे की एप्लीकेशन डालने का मौका मिलेगा। 3 साल के बाद क्योंकि आप एक्स्ट्रा 3 साल यूके में रहे होंगे, तो आपके जाहिर है कि ह्यूमन राइट्स पहले से ज़्यादा स्ट्रॉन्ग होंगे, तो उम्मीद है, बल्कि अच्छे चांसेस है कि आपको दोबारा एक्सटेंशन ह्यूमन राइट्स की बुनियाद पे मिल जाएंगे। जी, कॉल के लिए बहुत बहुत शुक्रिया। नेक्स्ट कॉलर की तरफ चलते हैं। हेलो हेलो जी। हेलो भाई सर, सलाह लेनी थी एक आपसे। हाँ जी, कौन बोल रहे सी? मैं जगतार बोल रहा सी। हाँ, कितों जगतार बोल रहे हो? ਸਾਊਥਹੈਂਪਟਨ ਤੋਂ ਬੋਲਦਾ ਸੀ। ਸਾਊਥਹੈਂਪਟਨ ਤੋਂ? ਹਾਂਜੀ ਜੀ। ਤੇ ਮੈਨੂੰ ਕਿ ਹਿਊਮਨ ਰਾਈਟਸ ਬੇਸ ਤੇ ਇੰਡੈਫੀਨਿਟ ਮਿਲੀ ਸੀ ਮੈਨੂੰ, ਮੇਰੀ ਵਾਈਫ ਨੂੰ ਔਰ ਮੇਰੇ ਬੇਟੇ ਨੂੰ। तो मैं तो पूछना चाहता ਸੀ कि मैं अपने बेटे का ब्रिटिश पासपोर्ट अप्लाई कर सकਦਾ? ਜੀ, ਵਕੀਲ ਸਾਹਿਬ ਗੱਲ ਕਰਨਗੇ। ਉਹਦੇ ਕਿੱਥੋਂ ਦੀ ਪੈਦਾਇਸ਼ ਹੈਗੀ? ਬੋਰਨ ਇੱਥੇ ਦਾ ਸੀ, ਲੇਕਿਨ 5 ਸਾਲ ਦਾ ਹੋ ਗਿਆ ਉਹ। ਉਹਨੂੰ ਵੀ ਇੰਡੈਫੀਨਿਟ ਮਿਲੀ ਨੂੰ 2 ਸਾਲ ਹੋ ਗਏ ਆ। ਤੇ ਮੈਂ ਚਾਹੁੰਦਾ ਸੀ ਉਹਦਾ ਪਾਸਪੋਰਟ ਬ੍ਰਿਟਿਸ਼ ਕਰ ਸਕਦਾ? ਹੋਮ ਆਫਿਸ ਦੀ ਡਿਸਕ੍ਰੈਸ਼ਨ ਵਿੱਚ ਹੁੰਦਾ ਹੈ, ਜਿਹਦੇ ਵਿੱਚ ਉਹ ਜਿਹੜਾ ਬੱਚਾ ਹੈ ਉਹਦੀ ਨਾ ਉਹਦੀ ਬੈਸਟ ਇੰਟਰਸਟ ਦੇਖਦੇ ਨੇ ਕਿ ਕਿੱਥੇ ਉਹਦੀ ਬੈਸਟ ਇੰਟਰਸਟ ਹੈਗੇ ਨੇ। ਤਾਂ ਰਜਿਸਟ੍ਰੇਸ਼ਨ ਦਾ ਇੱਕ ਐਪਲੀਕੇਸ਼ਨ ਪੈ ਸਕਦਾ ਐਜ਼ ਅ ਬ੍ਰਿਟਿਸ਼ ਸਿਟੀਜ਼ਨ। ਹਾਂਜੀ, ਉਹ ਕਿੰਨੇ ਸਾਲ ਦਾ ਹੈਗਾ ਬੱਚਾ? ਉਹ 5 ਸਾਲ ਦਾ ਹੋ ਗਿਆ। ਯਾ, ਉਹ ਇੰਡੈਫੀਨਿਟ ਪੇਪਰ ਤੇ ਮਿਲੀ ਹੈ। ਕਦੋਂ ਮਿਲਿਆ ਸੀ? 2 ਸਾਲ ਹੋ ਗਏ ਉਹਨੂੰ ਮਿਲੇ ਨੂੰ, ਸਾਡੇ ਨਾਲ ਹੀ ਮਿਲੀ ਸੀ। ਗੁੱਡ। ਆਈ ਥਿੰਕ ਕਿ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਤੁਸੀਂ ਪਾ ਸਕਦੇ ਹੋ ਤਾਂ ਕਿ ਨਾ ਉਹਨੂੰ ਨੈਸ਼ਨੈਲਿਟੀ ਮਿਲ ਜਾਵੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ ਚੱਲਦੇ ਹਾਂ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਮਨਜਿੰਦਰ ਬੋਲਦਾ ਜੀ। ਮਨਜਿੰਦਰ ਕਿੱਥੋਂ ਬੋਲਦੇ ਹੋ? ਸਾਊਥਹਾਲ ਤੋਂ। ਜੀ ਹਾਂ ਜੀ ਮਨਜਿੰਦਰ ਭਾਈ, ਮੈਂ 2004 ਚ ਆਇਆ ਸੀ ਇੱਥੇ। ਮੈਂ ਇੱਥੇ ਕੁਛ ਆਪਣੇ ਅਪਲਾਈ ਕਰ ਸਕਦਾ ਵੈਸਾ? ਤੁਸੀਂ ਵੀਜ਼ੇ ਤੇ ਆਇਆ ਸੀ ਮੈਂ। ਓਵਰਸਟੇਅਰ ਹੋ? ਹਾਂਜੀ। 2004 ਵਿੱਚ? ਹਾਂਜੀ। ਤੁਹਾਡੀ ਇੱਥੇ ਕੋਈ ਫੈਮਿਲੀ ਹੈਗੀ ਹੈ? ਹਾਂਜੀ। ਕੌਣ ਕੌਣ ਹੈਗਾ? ਮੇਰੇ 2 ਬ੍ਰਦਰ ਆ ਇੱਥੇ। ਹਾਂਜੀ। ਉਹਨਾਂ ਦੀ ਫੈਮਿਲੀ ਆ। ਉਹਨਾਂ ਦੀ ਫੈਮਿਲੀ। ਤੇ ਤੁਹਾਡੀ ਆਪਣੀ ਕੋਈ ਪਾਰਟਨਰ ਜਾਂ ਆਪਣੇ ਬੱਚੇ? ਨਹੀਂ, ਮੇਰੇ ਬੱਚੇ ਇੰਡੀਆ ਹੀ ਆ, ਮੇਰੀ ਵਾਈਫ ਵੀ ਇੰਡੀਆ। ਇਹਨਾਂ ਨੇ ਸਪਾਂਸਰ ਕੀਤਾ ਹੈ ਮੈਨੂੰ, ਅਪੀਲ ਤੇ ਵੀਜ਼ਾ ਦਿੱਤਾ ਹੈ। ਤੇ ਤੁਹਾਨੂੰ ਕੋਈ ਇੰਡੀਆ ਜਾਣ ਦਾ ਕੋਈ ਖਤਰਾ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਆ? ਕਿੱਦਾਂ? ਕੋਈ ਪ੍ਰੋਬਲਮ ਹੈਗੀ ਹੈ ਇੰਡੀਆ ਦੇ ਵਿੱਚ? ਨਹੀਂ। ਓਕੇ, ਔਰ ਸੋ ਜੀ ਤੁਸੀਂ ਕਾਲ ਦੇ ਕੱਟੋ, ਜਗਜਾਤ ਤੁਹਾਡਾ ਜਵਾਬ ਦਿੰਦੇ ਜੀ। ਥੈਂਕਸ। ਸੋ ਮੇਰਾ ਖਿਆਲ ਹੈ ਜੀ ਓਵਰਸਟੇਅਰ ਨੇ ਇਹ। ਯੈਸ। ਔਰ ਓਵਰਸਟੇਅਰ ਦੇ ਵਿੱਚ ਇਹਨਾਂ ਨੇ ਕੋਈ ਆਪਣਾ ਬਹੁਤੀ ਤਫਸੀਲ ਚ ਗੱਲ ਨਹੀਂ ਕੀਤੀ। ਯੈਸ। ਆਈ ਥਿੰਕ ਸਭ ਤੋਂ ਬੈਸਟ ਇਹ ਹੋਏਗਾ ਕਿ ਇਹਨਾਂ ਦੇ ਨਾਲ ਬਹਿ ਕੇ ਕੋਈ ਅੱਧਾ ਘੰਟਾ ਥੋੜਾ ਟਾਈਮ ਗੁਜ਼ਾਰਨ ਤੋਂ ਬਾਅਦ ਹੀ ਬੰਦਾ ਨਾ ਸਹੀ ਐਡਵਾਈਸ ਦੇ ਸਕਦਾ ਹੈ। ਐਜੂਕੇਸ਼ਨ ਤੇ ਕਿਸੇ ਵੀ ਟਾਈਮ ਤੇ ਪੈ ਸਕਦੀ ਹੈ, ਪਰ ਉਹਦੇ ਤੇ ਡਿਪੈਂਡ ਕਰਦਾ ਕਿ ਤੁਹਾਡੇ ਯੂਕੇ ਦੇ ਨਾਲ ਕਨੈਕਸ਼ਨ ਕਿੰਨੇ ਹੈ ਨੇ, ਤੁਹਾਡੀ ਕਿੰਨੀ ਰੂਟਸ ਹੈਗੇ ਨੇ ਯੂਕੇ ਦੇ ਵਿੱਚ, ਕਿੰਨੇ ਤੁਹਾਡੇ ਪ੍ਰਾਈਵੇਟ ਜਾਂ ਫੈਮਿਲੀ ਲਾਈਫ ਹੈਗੀ ਹੈ ਯੂਕੇ ਦੇ ਵਿੱਚ। ਉਸ ਤੋਂ ਬਾਅਦ ਹਿਊਮਨ ਰਾਈਟਸ ਦੀ ਬੁਨਿਆਦ ਤੇ ਐਪਲੀਕੇਸ਼ਨ ਪਾਉਣ ਦਾ ਨਾ ਕੁਝ ਬੰਦਾ ਸੋਚ ਸਕਦਾ ਹੈ। ਜਿੱਥੋਂ ਤੱਕ ਲੈਗੇਸੀ ਹੈਗੀ ਹੈ ਤੇ ਸ਼ਾਇਦ ਤੁਸੀਂ
ਲੈਗੇਸੀ ਦੇ ਬਾਰੇ ਚ ਤੁਸੀਂ ਆਪਣਾ ਪਤਾ ਕਰਾ ਲਓ ਕਿ ਲੈਗੇਸੀ ਦੇ ਵਿੱਚ ਆਉਂਦੇ ਹੋ। ਹਾਲਾਂਕਿ ਲੈਗੇਸੀ 2007 ਤੋਂ ਪਹਿਲੇ ਜਿਹੜੇ ਮਾਰਚ ਦੇ ਵਿੱਚ ਅਸਾਈਲਮ ਦੇ ਐਪਲੀਕੇਸ਼ਨਸ ਉਹਦੇ ਬਾਰੇ ਚ ਹੈ, ਲੇਕਿਨ ਕਈ ਲੋਕਾਂ ਦੀ ਲੈਗੇਸੀ ਦੇ ਵਿੱਚ ਨਾ ਆ ਗਏ ਹੋਏ ਨੇ। ਸੋ ਯੂ ਕੈਨ ਚੈੱਕ ਦੈਟ। ਪਰ ਮੇਰੇ ਖਿਆਲ ਤੋਂ ਤੁਸੀਂ ਇਹ ਨਾ ਹਾਲੇ ਕੋਈ ਇੰਨਾ ਸਟਰੋਂਗ ਕੇਸ ਨਹੀਂ ਲੱਗਦਾ, ਪਰ ਜਦੋਂ ਤੱਕ ਤੁਸੀਂ ਇਹ ਨਾ ਪੂਰੀ ਤਰ੍ਹਾਂ ਇਨਫੋਰਮੇਸ਼ਨ ਨਹੀਂ ਦੇਵੋਗੇ, ਆਰਾਮ ਨਾਲ ਬਹਿ ਕੇ ਗੱਲ ਨਹੀਂ ਹੋਏਗੀ, ਤੁਸੀਂ ਕਰੋ ਕਿ ਆਪਣੇ ਕਿਸੇ ਕਰੀਬੀ ਵਕੀਲ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਸਪੈਸ਼ਲਿਸਟ ਹੈਗਾ ਉਹਦੇ ਨਾਲ ਗੱਲ ਕਰੋ, ਤਾਂ ਕਿ ਨਾ ਉਹ ਪੂਰੀ ਇਨਫੋਰਮੇਸ਼ਨ ਤੁਹਾਡੇ ਕੋਲ ਲੈ ਲਵੇ। ਉਸ ਤੋਂ ਬਾਅਦ ਤੁਹਾਨੂੰ ਨਾ ਤੁਹਾਡੀ ਆਪਸ਼ਨਸ ਦੇ ਬਾਰੇ ਚ ਦੱਸ ਸਕਦਾ। ਔਰ ਖੁਰਮ ਸਾਹਿਬ, ਮੇਰਾ ਖਿਆਲ ਜਿਹੜੇ ਲੈਗਸੀ ਦੇ ਵਾਸਤੇ ਆਉਣ ਵਾਸਤੇ ਵੀ ਜਿਹੜੀਆਂ ਖਾਸ ਕੋਈ ਰਿਕੁਆਇਰਮੈਂਟਸ ਹੋਣਗੀਆਂ, ਜਾਂ ਕੋਈ ਬੰਦਾ ਜਿਹੜਾ ਸਾਈਨ ਕਰਨ ਜਾਂਦਾ, ਜਾਂ ਕੋਈ ਫਿੰਗਰਪ੍ਰਿੰਟ ਹੋਏ ਜਾਂ ਲਾਈਕ ਦੈਟ, ਇਦਾਂ ਦੀ ਕੋਈ ਚੀਜ਼ਾਂ ਹੈ? ਮੇਨ ਲੈਗੇਸੀ ਦਰਅਸਲ ਲੈਗੇਸੀ ਜਦੋਂ ਸਟਾਰਟ ਹੋਈ ਸੀ ਉਹ ਇਸ ਐਪਲੀਕੇਸ਼ਨ ਦੇ ਲਈ ਹੋਈ ਸੀ, ਜਿਹੜੇ ਨਾ ਮਾਰਚ 2007 ਤੋਂ ਪਹਿਲਾਂ ਉਹਨਾਂ ਨੇ ਅਸਾਈਲਮ ਦਾ ਐਪਲੀਕੇਸ਼ਨ ਪਾਇਆ ਤੇ ਉਹਨਾਂ ਦੀ ਪੈਂਡਿੰਗ ਹੈਗੀ ਹੈ ਜਾਂ ਉਹਨਾਂ ਦਾ ਫੈਸਲਾ ਹੋ ਗਿਆ ਤੇ ਕੋਈ ਅੱਗੇ ਐਕਸ਼ਨ ਨਹੀਂ ਲਿੱਤਾ ਗਿਆ ਹੋਇਆ। ਲੇਕਿਨ ਜਿਹੜੇ ਲੋਕੀ ਕਈ ਜਿਨ੍ਹਾਂ ਕਿ ਹੋਮ ਆਫਿਸ ਨੇ ਰੋਕਿਆ ਹੋਏ, ਕੰਮ ਤੇ ਫੜਿਆ ਹੋਏ, ਜਾਂ ਫਿਰ ਉਹ ਰਿਪੋਰਟਿੰਗ ਕਰਦੇ ਹੋਣ, ਜਾਂ ਉਹਨਾਂ ਦੀ ਫਿੰਗਰਪ੍ਰਿੰਟ ਤੇ ਉਹਨਾਂ ਦੀ ਬਾਇਓਡੇਟਾ ਲਿੱਤੀ ਗਈ ਹੋਈ, ਉਹ ਕਈ ਵਾਰੀ ਲੈਗੇਸੀ ਚ ਆ ਜਾਂਦੇ ਸਨ ਤੇ ਉਹਨਾਂ ਨੂੰ ਵੀ ਸਟੇ ਮਿਲੀ ਹੋਈ ਹੈ। ਸੋ ਇਹ ਲੈਗੇਸੀ ਤਕਰੀਬਨ ਹੈ ਨਾ ਉਹ ਲੋਕਾਂ ਲਈ ਤੇ ਲੋਟਰੀ ਹੈ ਆਲਮੋਸਟ, ਕਿ ਉਹਨਾਂ ਨੂੰ ਮਿਲਦੀ ਹੈ ਕਿ ਨਹੀਂ, ਜਿਹੜੀ ਸਹੀ ਗੱਲ ਹੈ। ਸੋ ਲੈਗੇਸੀ ਸ਼ਾਇਦ ਕੁਝ ਬਣ ਸਕੇ, ਲੇਕਿਨ ਕਿਉਂਕਿ ਹੋਮ ਆਫਿਸ ਵੱਲੋਂ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਨਹੀਂ ਹੋਈ ਹੈ ਅਪ ਟਿਲ ਨਾਓ, ਸ਼ਾਇਦ ਉਹ ਲੈਗੇਸੀ ਚ ਨਾ ਆਏ। ਨੈਕਸਟ ਕਾਲਰ ਚੱਲਦੇ ਜੀ। ਹੈਲੋ hello, Can you hear me? yeah, Okay. No, I have got a permanent stay here, long time. Where from you speaking? I'm speaking from Somerset. Okay. Okay. Now, I have applied for the naturalization, but I got a problem because I had a lot of difficulties, and I have Sorry? Can you hear me? Yeah, can you speak louder? Yes, I can. Yeah. Right. I'm on a housing benefit. Can you hear me? Yeah. Now, I'm applying for the naturalization and after that British passport. Will there be a problem? Did you hear me or not? Yes, I heard you. Did you say you had a problem previously when you applied? No, I'm just applying. I haven't applied yet. You haven't applied yet? Yeah. Okay. Naturalization, the law is on the basis of your residence in the UK. So if you've been resident in the UK for the past 5 years, at least, let's just talk about the law. Yeah. So the law says if you've been here for the last 5 years legally, and for the last year you've had indefinite stay. No, I had a definite stay for 40 years. Yes, I'm talking about the minimum requirements. You're well above that. Yeah. Okay. Yeah, so if you've been in the UK for 5 years, you've had indefinite leave for 1 year, and you haven't travelled outside the UK in the last 5 years for more than 450 days, then you can apply for naturalisation as long as you've passed the Life in UK test. Yeah, There is a section, I know the question that you're asking, which talks about your good character, and it talks about whether you're employed. However, in the law, that is not a requirement. So if you're getting benefits, you're entitled to those because you have permanent residence. So that shouldn't be a problem for you. Okay, that won't be a problem. No, it shouldn't be, no. Okay, one more question. I'm sorry to trouble you. No, it's okay. No. About that gentleman was saying about the bankruptcy and CCJ. Can that be a problem? That could possibly be a problem because it is a part of the application in good character. It's the second part of it where questions are asked about civil or criminal convictions or judgments made against someone. And so that could be looked at in the good character. At the end of the day, nationality is completely up to the Home Office. So they will need to see whether the character is good enough for an application to go through. I mean, do you have any such problems with CCJs, etc.? No, not at this stage. I was just hypothetically asking. All right. So you should be fine then. I think the fact that you're receiving housing benefit shouldn't be a hindrance for you. That won't be any problem. No. Okay, thanks for calling. Next caller चल देंगे. Hello. हेलो जी. हाँ, मैं कल्पना बोल रही हूँ. कल्पना कहाँ से बोल रही हैं? लीड्स. जी. I've been it's the British citizenship. It's nothing about living here or anything. लेकिन हमारी बेटी की शादी है and I want to sponsor send a sponsorship form about for my brother and sister. So what's the
document do I need it for it, please? For sponsorship? Yes. Okay. Okay. I'll just talk about the sponsorship element because it's a very wide question. So far as sponsorship is concerned, if you're sponsoring someone for a visit, you need to show that you can financially maintain and accommodate the person without recourse to public funds. If you're also saying that you're going to be paying for the travel fare, then you need to show that you've got the money for the travel fare as well. So far as documents are concerned, if you provide employment contracts, wage slips for 3 to 6 months, recent ones, 3 to 6 months bank statements, your most recent P60, evidence of your accommodation such as a mortgage statement or tenancy agreement, a recent utility bill, etc. As long as you can show that you can financially support and accommodate them with those kind of documents, then your sponsorship should be good. Okay. Okay. Okay, thanks. Actually, that information also I need. जी बहुत बहुत शुक्रिया जी. So generally इन्होंने बहुत अच्छा सवाल पूछा कि अगर आपने किसी को कोई स्पॉन्सरशिप भेजनी है अपने रिश्तेदार दोस्त मित्र को किसी खासकर शादी ब्याह के मौके पे आपको क्या क्या चाहिए. So नेक्स्ट कॉलर की जानिब चलते हैं. हेलो 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 अस्सलाम वालेकुम. वालेकुम सलाम. जी मेरा सवाल ये है कि मैं मैनचेस्टर से बोल रहा हूँ. जी कौन बोल रहे हैं आप? जी जाद बोल रहा हूँ मैं मैनचेस्टर से. जी जी मेरा सवाल ये है कि मैंने ना FLRO की एप्लीकेशन की थी होम ऑफिस में, तो उस टाइम मेरे बच्चे के पास रेफ्यूजी स्टेटस था 5 साल का, जो कि होम ऑफिस ने रिफ्यूज कर दिया था मुझे. तो अपील का राइट भी होम ऑफिस ने मुझे नहीं दिया था. उसके तकरीबन 1 साल बाद मेरे बच्चे को ब्रिटिश पासपोर्ट मिल गया और मैंने फ्रेश डॉक्यूमेंट्स लगा के पासपोर्ट की कॉपी लगा के और मैं वाइफ से लगा रहता हूँ और उसकी वाइफ ने लिख के दे दिया था कि मैं इसको बच्चे से मिलने की इजाजत है. तो रिकन्वर्सेशन के लिए मैंने होम ऑफिस में भेज दिया. उसको भी तकरीबन अब 6-7 माह हो गए हैं, मुझे कोई जवाब नहीं आ रहा. तो मेरा सवाल ये था कि क्या मैं इस मैटर को कोर्ट में लेके जा सकता हूँ कि मेरे केस का ये अब रिकन्वर्सेशन फैसला नहीं कर रहे, मुझे बता सकते हैं? अच्छा चलो मैं सवाल को समझ गया हूँ. तो 6-7 माह हो गए आपने FLRO एप्लीकेशन को दर्ज किया हुआ. जी जी. और अभी तक कुछ फैसला नहीं है. उन्होंने एक्नॉलेजमेंट सॉरी रिकन्वर्सेशन के लिए भेजा है. अच्छा रिकंसिडर. तो FLR आपने कब डाला था? पहले मैंने डाला था 2010 में, जो कि होम ऑफिस ने रिफ्यूज कर दिया था. अच्छा अच्छा अच्छा. तो उसके बाद मेरा बच्चा ब्रिटिश हो गया ना, तो मैंने उसके फ्रेश डॉक्यूमेंट्स होम ऑफिस में भेजे हैं. तो उसके भी तो वो जवाब नहीं दे रहे होम ऑफिस. मेरा सवाल था कि मैं इसको कोर्ट में लेके जा सकता हूँ कि मेरे केस का डिसीजन करेंगे? अच्छा कोर्ट में आप एप्लीकेशन डाल सकते हैं, एडमिनिस्ट्रेटिव कोर्ट में. जी मेरे ख्याल से आपके सवाल का जवाब देंगे. एक छोटी सी कमर्शियल ब्रेक है, उसके बाद में